वाहिगुरु जी का खालसा वाहिगुरु जी की फतेह। दीन दुनिया दे मालक शब्द सतगुरु श्री गुरु ग्रंथ साहिब जियां दी पवित्र पावन अमृत पई गोद विच शाम दे दीवाना दा आप जी आनंद माण रहे हो। भागा भरिया समा प्राप्त होया। आओ इस समय को सफला बनाइए। साहिबां दी पावन जीवन कथा विचों आप जी ने सरवण कीता सी। गुरु नानक साहब सच्चे पातशाह जी नूं पंडित ने मलक भागो के घर का सुनेहा दिता। बेपरवाह सतगुरु जदों ना गए मलक भागो पुछदा है मेरे ब्रह्म भोज विच सारा ईमनाबाद हाजिर होया है, कोई ऐसा तो नहीं जो इस जग विच हाजिर ना होया होवे। पंडित ने बड़ी चलाकी दे नाल आखिया एक नानक तपा जी ने खतरियां दी वंश विचों ने मैं एक बार कह भी आया पर वो कहते मैं किसी मलक भागो नहीं जानता। कौन है मलक भागो, असी की लेना। गुस्से विच आके मलक भागो ने फिर पंडित नूं भेजे है चुगली सुन के। पंडित भज्जिया आया भाई लालो दे वेड़े आके कहंदा नानक किथे ने। भाई लालो जी ने ओदी बोली सुनी, ओदा हंकार वेखिया, कहंदे आवाज मार ला अंदर ही होण। ज्यों ही पंडित हंकारिया होया वेड़े विच बड़िया गुरु नानक साहब महाराज कहंदे हाँ दस की है भाई, किस काम वास्ते तू बार बार आउणा है। जदों तैनूं असीं कह दिता किसे मलक भागण नूं असीं नहीं जानदे, असीं लेना तू मुड़दा क्यों नहीं। पंडित कहंदा जे हुण दूजी बार कहे भी तुसीं ना आए ना, याद करोगे तुहाडा की कुछ होना है। सतगुरु कहंदे असीं नहीं आउणा। पंडित भज्जिया आया मलक भागण नूं कहंदा मंत्री साहब वो नानक तपा ते बड़े हंकार विच बोलदा है, वो कहंदा मैं नहीं जानदा किसी मलक भागो नूं। कौन है मलक भागो, ना कदे वेखिया ना कदे आया ना असीं जाणदे। हुण एक हंकारी पुरुष कदे भी अपने बारे इदां नहीं सुन सकदा भी कोई उहनूं होए कहंदे। इत्थों तक आप जियां ने पावन कथा का आनंद माणिया। आओ कुछ समा मनचित व्यक्तियों को एकाग्रचित बनाइए। प्रेम दी पाओ सांझ गज बज के आखो जी सतनाम श्री वाहिगुरु साहिब जी। सतनाम श्री वाहिगुरु साहिब जी। दोहरा कहे ना जानो मलक में को है कहाँ बसाए। वडो ढीठ निसठोर बचन तू
ਤੁਮਕੋ ਕਹੋ ਬਣਾਏ। ਜਦੋਂ ਦੂਜੀ ਵਾਰ ਬੁਲਾਇਆ ਤੋਂ ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਮਲਕ ਭਾਗੋ ਦੇ ਘਰ ਨਹੀਂ ਆਏ ਨਾ। ਹੁਣ ਪੰਡਤ ਜਾ ਕੇ ਚੁਗਲੀ ਕਰਦਾ ਹੈ, ਉਹ ਸਤਿਗੁਰਾਂ ਦੇ ਪਰਥਾਏ ਆਪ ਸ਼ਬਦ ਬੋਲਦਾ ਹੈ। ਕਹਿੰਦਾ ਜੀ ਮੈਂ ਉਸ ਨਾਨਕ ਤਪੇ ਕੋਲ ਦੂਜੀ ਵਾਰ ਤੁਹਾਡੇ ਕਹੇ ਤੋਂ ਗਿਆ। ਉਹ ਕਹਿੰਦੇ ਅਸੀਂ ਕਿਸੇ ਮਲਕ ਭਾਗੋ ਨੂੰ ਨਹੀਂ ਜਾਣਦੇ, ਨਾ ਸਾਡਾ ਕੋਈ ਲੈਣ ਦੇਣ ਹੈ। ਹੋਰ ਤੇ ਗੱਲ ਛੱਡੋ, ਤੁਹਾਡੇ ਬਾਰੇ ਉਹਨੇ ਇੰਨੇ ਕੌੜੇ ਸ਼ਬਦ ਬੋਲੇ ਨੇ, ਮੰਦੇ ਸ਼ਬਦ ਵਰਤੇ ਆ। ਭਾਗੋ ਜੀ ਮੈਂ ਦੱਸ ਨਹੀਂ ਸਕਦਾ। ਉਹ ਕਹਿੰਦੇ ਮੇਰਾ ਕਰੇਗਾ ਕੀ ਵਿਗਾੜ ਸਕਦਾ ਮੇਰਾ ਮਲਕ ਭਾਗੋ? ਅਸੀਂ ਦਰਵੇਸ਼ ਹਾਂ, ਅਸੀਂ ਫਕੀਰ ਹਾਂ, ਸਾਡਾ ਲੈਣ ਦੇਣ ਕਿਸੇ ਰਾਜੇ ਮਹਾਰਾਜੇ ਨਾਲ ਕੋਈ ਨਹੀਂ, ਤੇ ਤੇਰਾ ਮਲਕ ਭਾਗੋ ਸਾਨੂੰ ਤੰਗ ਕਿਉਂ ਕਰਦਾ ਹੈ? ਹੁਣ ਇਹ ਗੱਲਾਂ ਤੇ ਗੁਰੂ ਸਾਹਿਬ ਨੇ ਨਹੀਂ ਕਹੀਆਂ, ਪਰ ਉਹ ਨਿੰਦਿਆ ਵਿੱਚ, ਈਰਖਾ ਵਿੱਚ ਸਤਿਗੁਰਾਂ ਤੋਂ ਸੜਦਾ ਹੈ। ਸੜੇ ਹੋਏ ਨੇ, ਬਨਾਵਟੀ ਗੱਲਾਂ ਕਰ ਕਰਕੇ ਮਲਕ ਭਾਗੋ ਨੂੰ ਉਕਸਾਇਆ ਏ। ਚੌਪਈ ਨਹੀਂ ਬਲਾਇਓ ਏਠਾਂ ਆਵੇ, ਕਰਹੁ ਅਬੈ ਜਿਉ ਹਿਰਦੈ ਭਾਵੇ। ਐ ਮਲਕ ਭਾਗੋ ਜੀ ਜਨਾਬ, ਮੇਰੇ ਬੁਲਾਇਆ ਉਹਨਾਂ ਨਹੀਂ ਆਉਣਾ। ਮੈਂ 2 ਵਾਰ ਬੁਲਾ ਕੇ ਵੇਖ ਲਿਆ। ਨਾਨਕ ਤਪਾ ਜੀ ਬੜੇ ਘਮੰਡ ਵਿੱਚ ਬੋਲਦੇ ਆ। ਉਹ ਕਹਿੰਦੇ ਤੂੰ ਮੈਨੂੰ ਲਿਜਾ ਨਹੀਂ ਸਕਦਾ ਤੇ ਨਾ ਸਾਡਾ ਲੈਣ ਦੇਣ ਹੈ ਕੋਈ। ਅਸੀਂ ਕਦੇ ਤੇਰਾ ਮਲਕ ਭਾਗੋ ਨਹੀਂ ਦੇਖਿਆ। ਕਿੰਨਾ ਅਮੀਰ ਹੈ, ਅਸੀਂ ਉਹਦੀ ਅਮੀਰੀ ਤੋਂ ਕੀ ਲੈਣਾ ਹੈ? ਜਦੋਂ ਆਪਣੇ ਬਾਰੇ ਇਹ ਸ਼ਬਦ ਸੁਣੇ ਨਾ ਪੰਡਤ ਦੀ ਜ਼ੁਬਾਨ ਤੋਂ, ਮਲਕ ਭਾਗੋ ਨੂੰ ਗੁੱਸਾ ਚੜ ਰਿਹਾ ਹੈ ਵੀ ਮੈਂ ਏਡਾ ਵੱਡਾ ਬ੍ਰਹਮ ਭੋਜ ਕੀਤਾ, ਏਡਾ ਵੱਡਾ ਯੱਗ ਕੀਤਾ, ਲੋਕ ਮੇਰੀਆਂ ਸਿਫਤਾਂ ਕਰਦੇ ਨਹੀਂ ਥੱਕਦੇ, ਤੇ ਇਹੋ ਜਿਹਾ ਕਿਹੜਾ ਵਿਅਕਤੀ ਹੈ ਜਿਹੜਾ ਮੇਰੀ ਨਿੰਦਿਆ ਕਰਦਾ ਹੈ, ਮੈਨੂੰ ਮਾੜਾ ਬੋਲਦਾ ਹੈ, ਤੇ ਜਿਹੜਾ ਕਹਿੰਦਾ ਮੈਂ ਉਹਦੇ ਬ੍ਰਹਮ ਜੱਗ ਨੂੰ ਮੰਨਦਾ ਹੀ ਨਹੀਂ। ਪੰਡਤ ਕਹਿੰਦਾ ਜੀ ਮੈਨੂੰ ਨਾ ਆਖਿਓ, ਮੈਂ ਨਹੀਂ ਜਾਣਾ। ਮੈਂ 2 ਵਾਰ ਜਾਇਆ ਆ, ਉਹ ਨਹੀਂ ਆਉਣਗੇ ਤੇਰੇ ਜੱਗ ਦੇ ਵਿੱਚ। ਉਹਨਾਂ ਦੀ ਬੋਲੀ ਦੱਸਦੀ ਹੈ ਉਹ ਤੈਨੂੰ ਟਿੱਚ ਨਹੀਂ ਜਾਣਦੇ। ਤਬ ਭੋਜਨ ਕੀ ਕਰ ਹੈ ਨੰਦਾ, ਖਾਵਹਿ ਘਰ ਸ਼ੂਦਰ ਜੋ ਮੰਦਾ। ਮਲਕ ਭਾਗੋ ਕਹਿੰਦਾ ਮੇਰੇ ਬਾਰੇ ਕੀ ਕਹਿੰਦੇ ਆ? ਕਹਿੰਦਾ ਜੀ ਤੁਹਾਡੇ ਬਾਰੇ ਤੇ ਮੈਂ ਦੱਸਤਾ ਵੀ ਉਹ ਕਹਿੰਦੇ ਮਲਕ ਭਾਗੋ ਹੁੰਦਾ ਕੌਣ ਹੈ ਸਾਨੂੰ ਬੁਲਾਉਣ ਵਾਲਾ, ਉਹ ਤੇ ਤੁਹਾਡੇ ਯੱਗ ਦੀ ਲੰਗਰ ਦੀ ਨਿੰਦਿਆ ਕਰਦੇ ਆ। ਕਹਿੰਦੇ ਕਰਕੇ ਲੋਕਾਂ ਤੋਂ ਪਾਪ ਦਾ ਪੈਸਾ ਇਕੱਠਾ ਜ ਚੰਗਾ ਬਣਿਆ ਫਿਰਦਾ ਹੈ। ਮਲਕ ਭਾਗੋ ਨੇ ਆਪਣੇ ਬਾਰੇ ਸੁਣਿਆ, ਕਿਤੇ ਨਾ ਕਿਤੇ ਜਰਿਆ। ਜਦ ਉਹਨੇ ਆਪਣੇ ਯੱਗ ਬਾਰੇ ਸੁਣਿਆ ਨਾ, ਫਿਰ ਉਹ ਤੋਂ ਜਰਿਆ ਨਹੀਂ ਗਿਆ। ਕਹਿੰਦਾ ਜੀ ਨਾਨਕ ਤਪਾ ਜੀ ਇੱਕ ਨੀਚ ਦੇ ਘਰ ਰਹਿੰਦੇ ਆ, ਖੁਦ ਨੀਚਾਂ ਦੇ ਘਰ ਵੱਸਦੇ ਆ ਤੇ ਉੱਚਿਆਂ ਨਾਲ ਟੱਕਰਾਂ ਲੈਂਦੇ ਆ। ਉਹ ਕਹਿੰਦੇ ਮੈਂ ਉਹਦੇ ਮਹਿਲਾਂ 'ਚ ਪੈਰ ਨਹੀਂ ਪਾਉਣੇ। ਮਲਕ ਭਾਗੋ ਕੌਣ ਹੁੰਦਾ ਏ? ਸਾਨੂੰ ਖਿੱਚ ਕੇ ਲੈ ਕੇ ਜਾਣਦਾ, ਜਾਣ ਪਛਾਣ ਕੋਈ। ਜਦੋਂ ਇਹ ਗੱਲਾਂ ਸੁਣ ਲਈਆਂ ਨਾ ਵੀ ਖੱਤਰੀਆਂ ਦੇ ਘਰੇ ਜੰਮੇ ਨੇ ਗੁਰੂ ਨਾਨਕ ਸਾਹਿਬ, ਕਿਉਂਕਿ ਜਾਤ ਪਾਤ ਛੂਤ ਛਾਤ ਬਹੁਤ ਸੀ ਉਹਨਾਂ ਬਾਰੇ ਵਿੱਚ। ਇਹ ਮੈਂ ਪਹਿਲਾਂ ਵੀ ਦੱਸ ਹਟਿਆ ਪਰਸੋਂ ਦੇ ਦੀਵਾਨਾਂ ਵਿੱਚ ਵੀ ਇੰਨਾ ਛੂਤ ਛਾਤ ਹੈ, ਧਰਮ ਨਾਮ ਦੀ ਉੱਥੇ ਚੀਜ਼ ਕੋਈ ਨਹੀਂ। ਸਿਰਫ ਅਤਿਆਚਾਰ ਹੈ, ਢੌਂਗ ਹੈ, ਡਰਾਮਾ ਹੈ, ਪਖੰਡ ਹੈ, ਕਰਮਕਾਂਡ ਹੈ, ਪੁੱਛਾਵਰ ਹੈ। ਤੇ ਪੰਡਤ ਨੇ ਆਪਣੀ ਕਾਰਵਾਈ ਪਾ ਦਿੱਤੀ। ਸਤਿਗੁਰਾਂ ਦੇ ਵਿਰੁੱਧ ਜਿੰਨਾ ਜ਼ਹਿਰ ਉਗਲਿਆ ਜਾ ਸਕਦਾ ਸੀ ਉਹਨੇ ਉਹਨਾਂ ਉਗਲਿਆ। ਕਿਉਂ ਉਗਲਦਾ? ਉਹਨੂੰ ਪਤਾ ਹੈ ਜਿਸ ਦਿਨ ਤੋਂ ਨਾਨਕ ਜੀ ਇਸ ਨਗਰ ਵਿੱਚ ਆਏ ਨੇ ਨਾ, ਸਾਡੇ ਕਰਮ ਕਾਂਡ ਤੇ ਪਖੰਡਾਂ ਨੂੰ ਠੋਕਰ ਵੱਜੀ ਹੋਈ ਹੈ। ਲੋਕ ਜਾਗਰੂਕ ਹੋ ਰਹੇ ਆ। ਉਹ ਕਹਿੰਦਾ ਖੱਤਰੀ ਹੋ ਕੇ ਇੱਕ ਨੀਚ ਤਰਖਾਣ ਦੇ ਘਰ ਬੈਠ ਕੇ ਸੁੱਕੀਆਂ ਟੁੱਟੀਆਂ ਰੋਟੀਆਂ ਖਾਂਦੇ ਨੇ। ਖੱਤਰੀ ਜਾਤ ਨਾ ਲਜਾ ਕਰਈ, ਲੋਕ ਰੀਤ ਔਰ ਤੇ ਪਰ ਹਰੀ। ਇੱਕ ਤੇ ਲੋਕਾਚਾਰੂ ਰੀਤ ਨਾਨਕ ਜੀ ਨੇ ਛੱਡੀ ਹੋਈ ਹੈ, ਦੂਜੀ ਆਪਣੇ ਧਰਮ ਮਜ਼ਹਬ ਨੂੰ ਛੱਡਤਾ। ਨਾ ਗਨੇਊ ਪਾਇਆ ਹੋਇਆ, ਨਾ ਮੱਥੇ ਤਿਲਕ ਲਾਇਆ, ਨਾ ਉਹ ਧੋਤੀ ਲਾਉਂਦੇ, ਨਾ ਉਹ ਧਰਮ ਦਾ ਕੋਈ ਸ਼ਬਦ ਪੜ੍ਹਦੇ ਨੇ। ਫਿਰ ਰਹਿੰਦੇ ਨੇ ਜਾ ਕੇ ਇੱਕ ਨੀਚ ਵਿਅਕਤੀ ਦੇ ਘਰੇ, ਜਿਹਨੂੰ ਪੰਡਤ ਕਹਿੰਦੇ ਇਹ ਸ਼ੂਦਰ ਹੈ, ਚੌਥੇ ਦਰਜੇ ਦਾ ਬੰਦਾ ਹੈ, ਵੀ ਤਰਖਾਣ ਹੈ, ਨੀਚ ਜਾਤ। ਤੁਸੀਂ ਆਪ ਦੱਸੋ ਜੀ ਇਹ ਤੁਹਾਡੇ ਧਰਮ ਦੀ ਕੋਈ ਗੱਲ ਹੈ? ਕਿਉਂਕਿ ਮਲਕ ਭਾਗੋ ਜਾਤ ਕਰਕੇ ਖੱਤਰੀ ਹੈ, ਤੇ ਖੱਤਰੀ ਬ੍ਰਾਹਮਣਾਂ ਦਾ ਉੱਠਣਾ ਬੈਠਣਾ ਇਹ ਬਾਕੀਆਂ ਨੂੰ ਦੂਰ ਦੂਰ ਰੱਖਦੇ ਆ। 4 ਵਰਨਾਂ 'ਚ ਵੰਡਿਆ ਹੋਇਆ ਸੀ ਸਮਾਜ। ਬੇਸ਼ੱਕ ਅੱਜ
ਆਪਾਂ ਲੱਖ ਕਹੀ ਜਾਈਏ ਵੀ 4 ਵਰਨ ਜੀ ਸਨਾਤਨ ਮਤ ਦੇ ਸੀ, ਸਾਡੇ ਸਿੱਖਾਂ ਦਾ ਵੀ ਤਿਉਹਾਰ ਉਹੀ ਹੈ। ਜਿਨ੍ਹਾਂ ਚੀਜ਼ਾਂ ਤੋਂ ਸਾਨੂੰ ਗੁਰੂ ਨਾਨਕ ਸਾਹਿਬ ਜੀ ਨੇ ਕੱਢਿਆ, ਸੱਚੀ ਦਿਲ ਤੇ ਹੱਥ ਰੱਖ ਕੇ ਦੱਸਿਓ ਵੀ ਅਸੀਂ ਉਹਨਾਂ ਚੋਂ ਨਿਕਲੇ ਆ। ਦੁਗਣੀਆਂ ਵਧਾਈਆਂ ਆਖੋ ਸਤਿਨਾਮ। ਜਾਤ ਪਾਤ ਸਾਡੇ ਚ ਦੁਗਣੀ ਹੈ। ਮਰਦ ਨੇ ਸਾਰਿਆਂ ਨੂੰ ਇਕੱਠੇ ਕੀਤਾ ਸੀ, ਅਸੀਂ ਜਾਤਾਂ ਦੇ ਆਧਾਰਿਤ ਗੁਰਦੁਆਰੇ ਬਣਾ ਲਏ, ਅਸਥਾਨ ਬਣਾ ਲਏ। ਇਹ ਰਾਮਗੜੀਆਂ ਦਾ ਜੀ, ਇਹ ਕਬੀਰ ਪੰਥੀਆਂ ਦਾ ਏ, ਇਹ ਫਲਾਣਿਆਂ ਦਾ ਏ। ਤੇ ਕੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਤਾਂ ਕਿਹਾ ਸੀ, ਉੱਥੇ ਤੇ ਬਾਣੀ ਇੱਕ ਸੀ, ਇੱਥੇ ਬਾਣੀ ਦੇ ਟੁਕੜੇ ਟੁਕੜੇ ਕਰਤੇ। ਅਸੀਂ ਅੱਜ ਬਾਹਰ ਦੀ ਰੌਲਾ ਪਾਉਂਦੇ ਹਾਂ ਨਾ, ਬੇਅਦਬੀ ਹੋ ਰਹੀ ਹੈ। ਜਿੰਨੀ ਬੇਅਦਬੀ ਅਸੀਂ ਸਿੱਖ ਕਰਦੇ ਆ, ਸਾਡਾ ਭਲਾ ਕਿੱਥੇ ਹੋਊਗਾ। ਚਲੋ ਜਿਹਨੇ ਬਾਹਰ ਬੇਅਦਬੀ ਕੀਤੀ ਉਹਦੇ ਵਰਗਾ ਤੇ ਪਾਪ ਹੀ ਕੋਈ। ਤੇ ਜਿਹੜਾ ਅਤਿਆਚਾਰ ਅਸੀਂ ਰੋਜ਼ ਕਰ ਰਹੇ ਆ, ਬਾਣੀ ਨੂੰ ਤੋੜ ਤੋੜ ਕੇ, ਭਗਤਾਂ ਨੂੰ ਵੰਡ ਵੰਡ ਕੇ, ਭਗਤ ਰਵਿਦਾਸ ਦੀ ਬਾਣੀ ਕੱਢ ਕੇ ਅਗਲੇ ਆਪਣਾ ਗ੍ਰੰਥ ਬਣਾ ਲਿਆ। ਉਹ ਕਹਿੰਦੇ ਸਾਡਾ ਨਿਸ਼ਾਨ ਸਾਹਿਬ ਗੁਰੂ ਨੇ ਟੁੱਟਿਆਂ ਨੂੰ ਇੱਕ ਕੀਤਾ। ਅੱਜ ਏਮਨਾਬਾਦ ਵਿੱਚ ਜੇ ਸਤਿਗੁਰਾਂ ਦਾ ਵਿਰੋਧ ਹੋ ਰਿਹਾ ਤੇ ਪੰਡਤ ਇਸੇ ਕਰਕੇ ਕਰਦਾ ਹੈ ਵੀ ਖੱਤਰੀਆਂ ਦੀ ਜਾਤ ਵਿੱਚੋਂ ਨਾਨਕ ਤਪਾ ਜੀ ਨੇ ਤੇ ਖੱਤਰੀਆਂ ਨੂੰ ਟਿੱਚ ਜਾਣਦੇ ਆ। ਉਹ ਕੋਈ ਵੀ ਰਾਹ ਰੀਤ ਸਮਾਜ ਦੀ ਫੋਲੋ ਨਹੀਂ ਕਰਦੇ। ਭਾਵਕ ਰੋਸ ਬਹੁਤੀ ਬਚਨ ਕ੍ਰਿਤ ਜਨ ਦੀਨ ਆਹੁਤੀ। ਭਾਈ ਬਾਲਾ ਜੀ ਗੁਰੂ ਅੰਗਦ ਦੇ ਪਾਤਸ਼ਾਹ ਨੂੰ ਆਖਣ ਲੱਗੇ, ਪਾਤਸ਼ਾਹ ਅੱਗੇ ਹੀ ਮਲਕ ਭਾਗੋ ਤਪਿਆ ਹੋਇਆ ਸੀ, ਇਸ ਪੰਡਤ ਦੇ ਬੋਲਾਂ ਨੂੰ ਸੁਣ ਕੇ ਵੀ ਮੈਂ ਏਡਾ ਯੱਗ ਕਰਤਾ, ਮੈਂ ਆਪਣਾ ਘਰ ਫੂਕ ਲਿਆ। ਤੇ ਨਾਨਕ ਜੀ ਕਹਿੰਦੇ ਆ, ਇਹੋ ਜੇ ਬ੍ਰਹਮ ਤਪ ਦੇ ਵਿੱਚ ਅਸੀਂ ਨਹੀਂ ਆਉਂਦੇ, ਇਹੋ ਜਿਹੇ ਜੱਗਾਂ 'ਚ ਸਾਡਾ ਜਾਣਾ ਨਹੀਂ ਹੁੰਦਾ। ਕੌਣ ਹੈ ਮਲਕ ਭਾਗੋ, ਕਿਹੋ ਜਾਏ, ਕੀ ਕਰ ਸਕਦਾ ਸਾਡਾ? ਕਹਿੰਦੇ ਤਪ ਦੀ ਤੇ ਬਲਦੀ ਤੇ ਪੰਡਤ ਦੇ ਜਿਹੜੇ ਬੋਲ ਸੀ ਘਿਓ ਸੀ, ਭਾਂਬੜ ਮਚਾ। ਨਾਲ ਇਹ ਵੀ ਕਹਿ ਗਿਆ ਵੀ ਜੇ ਤੁਸੀਂ ਮੈਨੂੰ ਹੁਣ ਭੇਜੋ ਮੈਂ ਨਹੀਂ ਜਾਣਾ, ਮੈਨੂੰ ਖੁਦ ਸ਼ਰਮ ਆਉਂਦੀ ਹੈ। ਭਾਈ ਲਾਲੋ ਇੱਕ ਨੀਚ ਜਾਤ ਹੈ ਉਹਨਾਂ ਦੇ ਮੁਤਾਬਕ। ਨਾਨਕ ਤਪਾ ਜੀ ਖੱਤਰੀਆਂ ਦੇ ਘਰੇ ਜੰਮ ਕੇ ਉਹਨਾਂ ਦੇ ਘਰ ਰਹਿੰਦੇ ਆ। ਦੇਖੋ ਤੁਹਾਡੇ ਲੰਗਰ 'ਚ ਨਹੀਂ ਆਏ, ਤੁਸੀਂ ਖੱਤਰੀ ਹੋ, ਕਿੰਨੇ ਬ੍ਰਾਹਮਣ ਆਏ ਆ। ਕਹਿੰਦੇ ਨਾਨਕ ਜੀ ਬੈਠਣਾ ਪਸੰਦ ਨਹੀਂ ਕਰਦੇ ਖੱਤਰੀਆਂ ਤੇ ਬ੍ਰਾਹਮਣਾਂ ਦੇ ਵਿੱਚ, ਉਹ ਸਾਡੇ ਤੁਹਾਡੇ 'ਚ ਫਰਕ ਰੱਖਦੇ ਨੇ। ਅਰਨ ਭੀਖ ਕਰ ਮਲਕ ਅਲਾਵੇ ਅਬਹਿ ਬੁਲਾਏ ਜੇ ਨਹਿ ਆਵੇ। ਮਲਕ ਆਖਣ ਲੱਗਿਆ, ਪੰਡਤ ਜੀ ਹੁਣ ਲਾਸਟ ਵਾਰ ਜਾਓ, ਆਖਰੀ ਵਾਰੀ। ਕਹਿੰਦਾ ਜੇ ਹੁਣ ਵੀ ਬੁਲਾਇਆ ਨਾ ਆਏ ਫਿਰ ਮੈਂ ਆਪ ਜਾਊਂਗਾ। ਆਖੋ ਸਤਿਨਾਮ। ਇੰਨੇ ਗੁੱਸੇ 'ਚ ਆਇਆ, ਇੰਨੀ ਤੜ ਵਿੱਚ ਆਇਆ, ਇੰਨਾ ਹੰਕਾਰਿਆ ਹੋਇਆ, ਸੌਖਾ ਨਹੀਂ ਸੀ ਵੀ ਗੁਰੂ ਬਾਬਾ ਜੀ ਮਲਕ ਭਾਗੋ ਦੇ ਘਰ ਆ ਗਏ ਤੇ ਭੋਜਨ ਛਕ ਲਿਆ। ਉਹ ਹੋਰ ਤਰੀਕੇ ਨਾਲ ਸੁਣਾਇਆ। ਅਸਲ ਵਿੱਚ ਤੀਜੀ ਵਾਰ ਮਲਕ ਭਾਗੋ ਕੋਸ਼ਿਸ਼ ਕਰਦਾ ਹੈ। ਉਹ ਕਿਉਂ ਕਰਦਾ ਕੋਸ਼ਿਸ਼? ਰਾਜਨੀਤਾ ਹੈ ਵੀ ਜੇ ਕਿਸੇ ਨਾ ਕਿਸੇ ਤਰੀਕੇ ਨਾਲ ਸਤਿਗੁਰੇ ਆ ਜਾਣ, ਮੇਰੀ ਲੱਜਪਤ ਰਹਿ ਜੇ ਉਹਨਾਂ ਬਾਰੇ। ਲੋਕੀ ਕਹਿਣਗੇ ਵੀ ਨਾਨਕ ਤਪਾ ਨਹੀਂ ਆਏ, ਸ਼ਾਇਦ ਸੱਚਮੁੱਚ ਪਾਪੀ ਹੈ। ਜਿੰਨੇ ਸਾਧ ਆਏ, ਲੋਕ ਆਏ, ਉਹ ਦਿਖਾਵਾ ਦੇਖਦੇ ਸੀ, ਖਾ ਕੇ ਰੋਟੀਆਂ ਕੀ ਕਹਿੰਦੇ ਸੀ? ਕਹਿੰਦੇ ਧੰਨ ਹੈ ਮਲਕ ਭਾਗੋ, ਤੇਰੇ ਵਰਗਾ ਦਾਨੀ, ਤੇਰੇ ਵਰਗਾ ਪੁੰਨੀ, ਤੇਰੇ ਵਰਗਾ ਦਰਵੇਸ਼ ਜਗ ਦੇ ਕੋਈ ਇੱਕ ਪਾਪੀ ਬੰਦੇ। ਤੇ ਗੁਰੂ ਸਾਹਿਬ ਕੀ ਕਹਿੰਦੇ ਸੀ ਭਾਈ ਲਾਲੋ ਨੂੰ? ਕਹਿੰਦੇ ਸਾਰੀ ਦੁਨੀਆ ਦਾ ਗਲ ਵੱਢ ਕੇ, ਲੁੱਟ ਕੇ, ਪਾਪ ਕਰਦਾ ਹੋਇਆ, ਧਰਮ ਨੂੰ ਅਡੰਬਰ ਬਣਾਇਆ ਹੋਇਆ ਏ। ਅੱਜ ਵੀ ਬੜੇ ਲੋਕ ਇਹੋ ਜਿਹੇ ਕੰਮ ਕਰਦੇ, ਗਰੀਬਾਂ ਦਾ ਗਲ ਵੱਢ ਕੇ, ਮਾਵਾਂ ਦੇ ਪੁੱਤ ਮਾਰ ਕੇ, ਐਨਕਾਊਂਟਰ ਕਰਕੇ, ਫਿਰ ਕੀ ਕਰਦੇ ਫਿਰਦੇ ਆ? ਥਾਂ ਥਾਂ ਤੇ ਪਾਠ ਕਰਦੇ ਫਿਰਦੇ, ਗਰੀਬਾਂ ਨੂੰ ਕੰਬਲ ਵੰਡਦੇ ਫਿਰਦੇ ਆ, ਬਿਰਧ ਆਸ਼ਰਮ ਬਣਾਉਂਦੇ ਫਿਰਦੇ ਆ। ਜਿੰਨੇ ਮਰਜ਼ੀ ਬਣਾ ਲਿਓ, ਜਿੰਨੇ ਮਰਜ਼ੀ ਪਾਪਾਂ ਦੇ ਉੱਤੇ ਮੈਲ ਪਾ ਲਿਓ, ਜੇ ਨੀਹਾਂ ਹੀ ਪਾਪ ਦੀਆਂ ਨੇ, ਢਹਿੰਦੀਆਂ ਦੇਰ ਨਹੀਂ ਲੱਗਣੀਆਂ। ਆਖੋ ਸਤਿਨਾਮ। ਬਹੁਤ ਨੇ ਸਾਡੀ ਕੌਮ ਦਾ ਨੁਕਸਾਨ ਕਰਨ ਵਾਲੇ ਅੱਜ ਦਾਨ ਪੁੰਨ ਕਰ ਰਹੇ। ਮਲਕ ਭਾਗੋ ਪਹਿਲਾਂ ਵੀ ਸੀ। ਗੁਰੂ ਸਾਹਿਬ ਨੇ ਪ੍ਰਸੰਗ ਵਰਤਾ ਕੇ ਇੱਕ ਵਾਰ ਨਹੀਂ ਦਿਖਾਇਆ। ਸਤਿਗੁਰ ਕਹਿੰਦੇ ਕਲਯੁਗ 'ਚ ਵਰਤਦਾ ਰਹਿਣਾ ਹੈ, ਵਰਤ ਰਿਹਾ ਹੈ, ਵਰਤਦਾ ਰਹੇਗਾ। ਮਲਕ ਭਾਗੋ ਕਹਿੰਦਾ ਜਾਓ, ਆਖਰੀ ਵਾਰ ਜਾਓ ਪੰਡਤ ਜੀ, ਤੁਹਾਡਾ ਵੀ ਬਾਰ-ਬਾਰ ਜਾਣਾ ਮੈਨੂੰ ਚੰਗਾ ਨਹੀਂ ਲੱਗਦਾ, ਤੁਸੀਂ ਪੂਜਣ ਯੋਗ ਹੋ। ਇੱਕ ਨਾਨਕ ਜੀ ਦੇ ਘਰੇ ਜਾ ਰਹੇ ਹੋ ਤੇ ਦੂਜਾ ਲਾਲੋ ਦੇ ਘਰੇ, ਤੁਹਾਡੇ ਬਾਰ-ਬਾਰ ਜਾਣ ਵਿੱਚ ਨਾਨਕ ਜੀ ਤੋਹੀਨ ਤੁਹਾਡੀ ਕਰਦੇ। ਮੈਂ ਸ਼ਰਮਿੰਦਾ ਹਾਂ, ਪਰ ਗੁੱਸੇ 'ਚ ਕਹਿੰਦਾ ਹੈ ਜੇ ਹੁਣ ਵੀ ਨਾ ਆਏ ਮੈਂ ਚੁੱਪ ਕੇ ਲੈ ਆਵਾਂ। ਇੱਥੋਂ ਤੱਕ ਗੱਲ ਆ ਗਈ। ਹੁਣ ਇਹ ਕੋਈ ਨਿਮਰਤਾ ਤੇ ਹੈ ਨਹੀਂ, ਇਹ ਪਿਆਰ ਤੇ ਹੈ ਨਹੀਂ। ਤੁਸੀਂ ਕਿਸੇ ਨੂੰ ਆਖੋ ਬਾਬਾ ਸਾਡੇ ਘਰ ਆਉਣਾ ਤੇ ਠੀਕ ਆ, ਤੇ ਚੁੱਕ ਕੇ ਲੈ ਜਾਵਾਂਗੇ ਰੋਟੀ ਖਾਣ ਵਾਸਤੇ।
ਵੀ ਅਸੀਂ 5 ਸਿੱਖ ਲੈ ਕੇ ਜਾਣੇ ਆ। ਉਹ ਕਹਿੰਦੇ ਅਸੀਂ ਨਹੀਂ ਜਾਣਾ। ਕਹਿੰਦੇ ਇੱਦਾਂ ਕਿੱਦਾਂ ਨਹੀਂ ਜਾਂਦੇ, ਡਾਂਗ ਫੇਰਾਂਗੇ, ਚੁੱਕ ਕੇ ਲੈ ਜਾਵਾਂਗੇ, ਲੱਗੂ ਪ੍ਰਸ਼ਾਦਾ। ਦੱਸੋ ਜੀ, ਧੱਕੇ ਨਾਲ ਖਵਾਈ ਰੋਟੀ ਲੱਗ ਜੂ, ਇਹਦੇ ਪ੍ਰੇਮ ਦੀ ਭਾਵਨਾ ਨਹੀਂ ਆ। ਪਰ ਸਾਰੀ ਦੁਨੀਆ 4 ਆਸ਼ਰਮ 4 ਵਰਨ ਕਹਿੰਦੇ ਆ, ਮਲਕ ਭਾਗੋ ਵਰਗਾ ਦਾਨੀ ਹੋਈ। ਦੁਨੀਆ ਤੇ ਖਾਣ ਦੀ ਭੁੱਖੀ, ਜੋ ਮਰਜ਼ੀ ਖਵਾ ਦਿਓ ਤੇ ਜੋ ਮਰਜ਼ੀ ਦਹਾ ਦੇ। ਸਮਾਜ ਇੱਥੇ ਖੜਾ ਹੈ ਕਿ ਤੂੰ ਅੱਗੇ ਨਹੀਂ ਹੈ। ਹੁਣ ਮਲਕ ਭਾਗੋ ਇਹ ਚੰਗੀ ਤਰ੍ਹਾਂ ਜਾਣਦਾ ਸੀ, ਪ੍ਰੋੜਤਾ ਸੀ ਵੀ ਦੁਨੀਆ ਨਾਲ ਜੋ ਮਰਜ਼ੀ ਕਰੀ ਜਾਓ, ਇਹਨਾਂ ਦੀ ਭੁੱਲਣ ਸ਼ਕਤੀ ਬਹੁਤ ਵੱਡੀ ਹੈ। ਇਹ ਭੁੱਲ ਜਾਂਦੇ ਆ ਸਾਡੇ ਨਾਲ ਕੀ ਹੋਇਆ। ਤੇ ਮਲਕ ਭਾਗੋ ਨੇ ਜਦੋਂ ਪੰਡਤ ਨੂੰ ਕਿਹਾ, ਪੰਡਤ ਕਹਿੰਦਾ ਮੈਂ ਹੁਣ ਇਕੱਲੇ ਨਹੀਂ ਜਾਣਾ, ਮੈਂ 2 ਵਾਰ ਕਹਿ ਆਇਆ, ਉਹ ਮੇਰੇ ਆਖੇ ਲੱਗਦੇ ਨਹੀਂ। ਬਹੁ ਨਰ ਜਾਵੋ ਗਹਿ ਅਨੀਜੈ, ਦਿਜ ਕੀ ਸੰਗ ਬਿਲਮ ਨਹਿ ਕੀਜੈ। ਜਦੋਂ ਪੰਡਤ ਜੀ ਨੇ ਜਾਣ ਤੋਂ ਜਵਾਬ ਦੇਤਾ, ਇਹ ਪੰਡਤ ਦਾ ਟ੍ਰਿਕ ਸੀ ਇੱਕ, ਕਿਉਂਕਿ ਉਹ ਸਤਿਗੁਰਾਂ ਪ੍ਰਤੀ ਬਹੁਤ ਨਫ਼ਰਤ ਕਰਦਾ ਹੈ, ਹਉਮੈ ਰੱਖਦਾ, ਸਾੜਾ ਵੀ ਕਰਦਾ ਹੈ। ਮਲਕ ਭਾਗੋ ਨੇ 5 ਸਿਪਾਹੀ ਬੁਲਾਏ, ਪੂਰੇ ਤਿਆਰ ਕਰ ਦਿੱਤੇ, ਉੱਚੇ ਲੰਮੇ ਜਵਾਨ। 5 ਨੂੰ ਹੁਕਮ ਕੀਤਾ, ਪੰਡਤ ਜੀ ਦੇ ਨਾਲ ਜਾਓ, ਜੇ ਨਾਨਕ ਜੀ ਨੇ ਤਿੜ ਫਿੜ ਕੀਤੀ, ਅੱਗੇ ਬੋਲੇ, ਨਹੀਂ ਆਉਣਗੇ, ਫਿਰ ਆਪਣੇ ਹਿਸਾਬ ਨਾਲ ਲੈ ਆਇਓ। ਆਖੋ ਸਤਨਾਮ, ਮੁਸ਼ਕਾਂ ਬੰਨ ਕੇ ਲੈ ਕੇ ਆਇਓ। ਫਿਰ ਪਹਿਲਾਂ ਪਿਆਰ ਨਾਲ, ਕਿਉਂਕਿ ਜਦੋਂ ਪੁਲਿਸ ਜਾਊਗੀ 5 ਬੰਦੇ ਜਾਣਗੇ, ਉਹਨਾਂ ਤੇ ਵੇਖ ਕੇ ਆਪੇ ਕਹਿ ਦੇਣਾ ਕਿ ਅਸੀਂ ਆਪੇ ਜਾਵਾਂਗੇ। ਮਤਲਬ ਭਾਗੋ ਤਾਬਾ ਦਿੰਦਾ, ਕਿਉਂਕਿ ਮੰਤਰੀ ਹੈ ਇਮਨਾਬਾਦ ਦਾ, ਰਾਜਾ ਨਹੀਂ ਹੈ। ਮੰਤਰੀ ਰਾਜਿਆਂ ਤੋਂ ਵੱਧ ਪਾਵਰਾਂ ਰੱਖਦੇ ਆ ਮੰਤਰੀ, ਐਕਸ਼ਨ ਚ ਆ ਜਾਂਦੇ ਆ। ਹੁਣ ਮਲਕ ਭਾਗੋ ਦਾ ਇੱਥੇ ਵਿਕਾਰ ਦਾ ਸਵਾਲ ਬਣਿਆ ਹੋਇਆ, ਸੈਲਫ ਰਿਸਪੈਕਟ। ਵੀ 99% ਲੋਕ ਤੇ ਮੈਨੂੰ ਕਹਿੰਦੇ ਆ ਇਹ ਦਾਨੀ ਪੁੰਨੀ ਹੈ, ਨਾਨਕ ਕਹਿੰਦੇ ਇਹੋ ਜਿਹੇ ਪਾਪੀ ਦੇ ਘਰ ਮੈਂ ਨਹੀਂ ਜਾਣਾ। ਤੇ ਜਦੋਂ 5 ਸਿਪਾਹੀ ਭੇਜੇ, ਪੰਡਤ ਬੜਾ ਖੁਸ਼ ਵੀ ਜਦੋਂ ਇਹ ਸਿਪਾਹੀ ਜਾਣਗੇ ਤੇ ਨਾਨਕ ਜੀ ਕੀ ਕਹਿਣਗੇ, ਲੋਕ ਕੀ ਕਹਿਣਗੇ। ਸੁਭਾਵਿਕ ਗੱਲ ਹੈ ਜੀ, ਕਿਸੇ ਦੇ ਘਰੇ ਪੁਲਿਸ ਵਾਲਾ ਵੀ ਇੱਕ ਗੇੜੀ ਮਾਰ ਦੇ, ਭਾਵੇਂ ਮਿੱਤਰੇ ਹੋਵੇ, ਚਰਚਾ ਤੇ ਜ਼ਮਾਨੇ 'ਚ ਉਦੋਂ ਦੀ ਹੁੰਦੀ। ਅਗਲਾ ਕਹਿੰਦੇ ਇਹਨਾਂ ਦੇ ਘਰ ਪੁਲਿਸ ਆਈ ਸੀ। ਸੁਭਾਵਿਕ ਗੱਲ। ਭਾਈ ਲਾਲੋ ਬਾਰੇ ਜਾਣਦੇ ਸੀ ਵੀ ਉਹ ਛੋਟੀ ਜਾਤ 'ਚੋਂ ਹੈ, ਡਰ ਛੇਤੀ ਜਾਏਗਾ। ਜਦੋਂ ਪੁਲਿਸ ਵਾਲੇ 5 ਘਰੇ ਜਾਣਗੇ, ਸਿਪਾਹੀ ਜਾਣਗੇ, ਤੇ ਭਾਈ ਲਾਲੋ ਆਪੇ ਕਹੇਗਾ ਨਾ ਮਰਦ ਤੁਸੀਂ ਜਾਓ। ਇਹ ਉਹ ਸੋਚ ਰਹੇ ਆ ਵਿਰੋਧੀ ਧਿਰ ਨੇ, ਇਹ ਮਨ ਵਿੱਚ ਖਿਆਲ ਕੀਤਾ ਏ। ਦੋਹਰਾ ਲੇਕਰ 5 ਮਨੁਜ ਪੁਨ, ਦਿਜ ਤਬ ਗਇਓ ਰਸਾਏ। ਉੱਚੇ ਬਚਨ ਉਚਾਰ ਕੇ, ਨਾਨਕ ਲਏ ਬੁਲਾਏ। ਪਹਿਲੇ ਦਿਨ ਪੰਡਤ ਬੇਨਤੀ ਕਰਦਾ ਸੀ, ਦੂਜੇ ਦਿਨ ਆਇਆ ਸਲਾਹ ਦੇਣ ਵੀ ਤੁਹਾਨੂੰ ਜਾਣਾ ਚਾਹੀਦਾ। ਅੱਜ 5 ਸਿਪਾਹੀ ਨੇ ਪੈਰ ਨਹੀਂ ਧਰਤੀ ਤੇ ਲੱਗੇ। ਅੱਜ ਹੰਕਾਰਿਆ ਫਿਰਦਾ, ਆਫਰਿਆ ਫਿਰਦਾ, ਆ ਕੇ ਦਰਵਾਜ਼ੇ ਤੇ ਲਲਕਾਰਾ ਮਾਰਿਆ, ਉੱਚੀ ਬੋਲਦਾ, ਕਹਿੰਦਾ ਉਹ ਨਾਨਕ ਜੀ ਬਾਹਰ ਆਓ। ਬੰਦਾ ਵਕਤ ਨਾਲ ਬਦਲਦਾ ਰਹਿੰਦਾ। ਬੰਦੇ ਨੂੰ ਬਦਲਣ ਦੇ ਵਾਸਤੇ ਕੁਝ ਕਾਰਨ ਚਾਹੀਦੇ ਆ। ਜਦ ਪੰਡਤ ਕੱਲਾ ਆਉਂਦਾ ਸੀ, ਉਦੋਂ ਬੋਲਣ ਦਾ ਤਰੀਕਾ ਹੋਰ ਸੀ। ਹੁਣ ਹੰਕਾਰ ਇਹ ਆ ਵੀ ਮੇਰੇ ਨਾਲ ਤੇ ਮੰਤਰੀ ਖੜੇ ਆ, ਮੇਰੇ ਨਾਲ ਸਿਪਾਹੀ ਖੜੇ ਆ। ਉੱਚੀ ਰੁੱਖੀ ਆਵਾਜ਼ ਵਿੱਚ ਮਿੱਠੇ ਬੋਲ ਲੈਂਦੇ, ਤਾਬਾ ਮਾਰ ਕੇ ਸਤਿਗੁਰਾਂ ਨੂੰ ਆਵਾਜ਼ ਮਾਰਦਾ ਏ। ਚੋਪਈ ਮਲਕ ਰੋਸ ਤੁਝ ਪਰ ਬਹੁ ਕੀਨੋ, ਚਲੋ ਸੰਗ ਭਲ ਬਿਦ ਮਨ ਚੀਨੋ। ਸਤਿਗੁਰ ਜੀ ਉਸੇ ਵੇਲੇ ਵਿਹੜੇ ਵਿੱਚ ਆਏ, ਕਹਿੰਦੇ ਹਾਂ ਦੱਸ ਭਾਈ ਕਿਵੇਂ ਆਇਆ। ਜੀਵਾ ਆ ਗਿਆ, ਕਹਿੰਦਾ ਸਿਪਾਹੀ ਦਿਸਦੇ ਆ 5 ਨਾਲ ਖੜੇ। ਐਸ ਵੇਲੇ ਮਲਕ ਜੀ ਤੁਹਾਡੇ ਤੇ ਇੰਨੇ ਗੁੱਸੇ ਨੇ, ਇੰਨੇ ਨਾਰਾਜ਼ ਨੇ, ਜੇ ਤੁਸੀਂ ਹੁਣ ਵੀ ਨਾ ਗਏ, ਆ 5 ਤੁਹਾਨੂੰ ਲੈ ਕੇ ਜਾਣਗੇ। ਹੋਰ ਨਾਲ ਵੀ ਮੰਨ ਲਓ ਮੇਰੀ ਗੱਲ, ਤੁਸੀਂ ਚੰਗੇ ਰਹੋਗੇ। ਨਾਤਰ ਤੁਮ ਕੋ ਗਹਿ ਲੈ ਜਾਵੇਂ, ਫੇਰੋ ਨਰ ਨਹਿ ਬਿਲਮ ਲਗਾਵੇਂ। ਦੇਰ ਨਹੀਂ ਲੱਗਣੀ ਇੱਥੇ, 5 ਸਿਪਾਹੀ ਤੁਹਾਨੂੰ ਫੜ ਕੇ ਬੰਨ ਕੇ ਲੈ ਕੇ ਜਾਣਗੇ, ਤੇ ਨਾਲੇ ਲੋਕ ਗੱਲਾਂ ਕਰਨਗੇ। ਜਲੂਸ ਨਿਕਲਣਾ ਤੁਹਾਡਾ ਇਸ ਇਲਾਕੇ ਵਿੱਚ, ਸ਼ਰਮਿੰਦੇ ਹੋਵੋਗੇ। ਜਦ ਤੁਹਾਡੇ ਹੱਥਾਂ ਨੂੰ ਹੱਥ ਕੜੀਆਂ ਲਾ ਕੇ 5 ਸਿਪਾਹੀ ਲੈ ਕੇ ਜਾਣਗੇ, ਫਿਰ ਕੀ ਰਹੂਗਾ। ਜਾਣਨ ਦੇ ਪੈਣਾ ਨਾ। ਬੜਾ ਔਖਾ ਹੋ ਕੇ ਪੰਡਤ ਬੋਲੇ। ਪੰਡਤ ਨੂੰ ਪਤਾ ਹੈ ਵੀ ਮੇਰੇ ਆਖੇ ਮੰਤਰੀ ਲੱਗਦਾ ਤੇ ਮੈਂ ਲੈ ਕੇ ਆਇਆ। ਨਾਨਕ ਜੀ ਅਜੇ ਵੀ ਤੁਹਾਡੇ ਕੋਲ ਮੌਕਾ ਏ, ਇੱਜ਼ਤ ਮਾਣ ਪਿਆਰ ਸਤਿਕਾਰ ਨਾਲ ਚੱਲੋ।
ਜਦੋਂ ਕਹਿੰਦੇ ਮਲਕ ਭਾਗੋ ਬਾਰੇ ਇਹ ਗੱਲਾਂ ਕਹੀਆਂ ਨਾ, ਭਾਈ ਲਾਲੋ ਜੀ ਡਰ ਗਏ। ਗਰੀਬ ਸਿੱਖ ਹੈ, ਬਹੁਤ ਗਰੀਬ ਹੈ, ਸਰੀਰ ਕੰਬਣ ਲੱਗ ਪਿਆ ਵੀ ਇਹ ਤੇ ਗੁਰੂ ਸਾਹਿਬ ਨੂੰ ਏਦਾਂ ਬੋਲਦੇ ਆ ਤੇ ਫਿਰ ਮੈਂ ਕੀ ਚੀਜ਼ ਆ। ਸੁਭਾਵਿਕ ਗੱਲ ਹੈ, ਕੋਈ ਸਾਡੇ ਵੱਡਿਆਂ ਨੂੰ ਵੱਧ ਘੱਟ ਬੋਲ ਜੇ ਤੇ ਫਿਰ ਆਪਾਂ ਕੀ ਆਂ ਜੀ। ਡਰ ਗਏ ਭਾਈ ਨਾਲ। ਪੰਡਤ ਨੇ ਵੇਖ ਲਿਆ ਵੀ ਜੇ ਗੁਰੂ ਦਾ ਸਿੱਖ ਡਰ ਗਿਆ ਤੇ ਫਿਰ ਗੁਰੂ ਵੀ ਡਰੂਗਾ। ਸਤਨਾਮ। ਇਹ ਉਹਦੇ ਖਿਆਲ ਨੇ ਵੀ ਗੁਰੂ ਸਾਹਿਬ ਜਾਣਗੇ, ਹੱਥ ਜੋੜ ਕੇ ਮਲਕ ਭਾਗੋ ਨੂੰ ਕਹਿਣਗੇ ਅਸੀਂ ਤੇ ਆਉਣਾ ਹੀ ਸੀ ਭਾਈ, ਬਸ ਕਿਸੇ ਕਾਰਨ ਕਰਕੇ ਦੇਰ ਹੋ ਗਈ। ਅੰਦਰ ਸੋਚਦਾ ਹੈ, ਸਤਿਗੁਰਾਂ ਨੂੰ ਕਹਿੰਦਾ ਤੁਹਾਨੂੰ ਫੜ ਕੇ ਲੈ ਕੇ ਜਾਵਾਂਗੇ, ਰੱਸੇ ਹੱਥਾਂ ਨੂੰ ਪਾ ਕੇ ਲੈ ਕੇ ਜਾਵਾਂਗੇ, ਫਿਰ ਲੋਕ ਕੀ ਕਹਿਣਗੇ ਵੀ ਨਾਨਕ ਤੱਪਾ ਜੀ ਨੂੰ ਗ੍ਰਿਫਤਾਰ ਕੀਤਾ ਜੀ ਸਿਰਫ ਰੋਟੀ ਪਿੱਛੇ। ਇਹ ਪਹਿਲੀ ਵਾਰ ਸੁਣਦੇ ਹੋ ਵੀ ਗ੍ਰਿਫਤਾਰ ਕਰਕੇ ਧੱਕੇ ਨਾਲ ਰੋਟੀ ਖਵਾਈ ਗਈ। ਆਖੋ ਸਤਨਾਮ। ਜੇ ਕਦੇ ਅੱਜ ਦਾ ਸਮਾਂ ਹੁੰਦਾ ਤੇ ਹੈਡਲਾਈਨ ਆਈ ਹੋਣੀ ਸੀ ਉੱਤੇ ਅਖਬਾਰ ਤੇ, नानक जी को गिरफ्तार किया गया, उसके बाद खाना खिलाया गया। अजकल तो यहो जी पत्रकारी है। धन गुरु नानक साहब सच्चे पातशाह कहते पंडित तू फिर आ गया है। गुरु साहब ने कहता हुण मैं आखिरी बार आया, सिपाही लैके जाणगे, ਇੱਥੇ ਜੋ ਤੁਹਾਡੇ ਨਾਲ ਹੋਣਾ ਤੁਸੀਂ ਜਾਣੋਗੇ, ਅੱਗੇ ਮਲਕਬਾਦ ਹੋ ਜਾਣੇ, ਉਹਨੇ ਤੁਹਾਨੂੰ ਕੀ ਆਖਣਾ ਏ। ਬਿਗਸੇ ਸ੍ਰੀ ਪ੍ਰਭ ਸੁਣ ਬਚੇ ਸਾ, ਚਲੇ ਸੰਗ ਜਹ ਭਾਗੋ ਬੈਸਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨਾ ਸਿਪਾਹੀਆਂ ਨੂੰ ਵੇਖਦੇ, ਪੰਡਤ ਨੂੰ ਵੇਖ ਕੇ ਹੱਸ ਪਏ, ਖੜਖੜਾ ਕੇ ਹੱਸੇ। ਪੰਡਤ ਨੂੰ ਬੇਇੱਜ਼ਤੀ ਮਹਿਸੂਸ ਹੋਈ ਆਪਣੀ ਵੀ ਮੈਂ ਇੰਨੇ ਬੰਦੇ ਇਕੱਠੇ ਕਰੀ ਫਿਰਦਾ ਵੀ ਫੜ ਕੇ ਲੈ ਕੇ ਜਾਵਾਂਗੇ, ਇਹਨਾਂ ਨੂੰ ਅਸਰੇ ਕੋਈ ਨਹੀਂ ਹੈ। ਸ਼ਰਮਿੰਦਾ ਜੋ ਸਤਿਗੁਰ ਖੇਡ ਖੜਾ ਕੇ ਹੱਸੇ, ਕਹਿੰਦਾ ਤੁਸੀਂ ਹੱਸਦੇ ਕਿਉਂ? ਮਰਦ ਕਹਿੰਦੇ ਪੰਡਤਾ ਟਲਿਆ ਨਹੀਂ। ਫਿਰ ਆਖੋ ਸਤਨਾਮ। ਚੱਲ ਚੱਲੀਏ ਤੇਰੇ ਮਲਕ ਭਾਗੋ। ਗੁਰੂ ਨਾਨਕ ਸਾਹਿਬ ਮਰਦ ਨੇ ਜਦੋਂ ਕਹਿਤਾ ਨਾ, ਅੰਦਰੋਂ ਖੁਸ਼ ਬੜਾ ਹੈ, ਪਰ ਪੰਡਤ ਸ਼ਰਮਿੰਦਾ ਜਾ ਹੋ ਗਿਆ ਵੀ ਯਾਰ ਜਿਹੜੇ ਹੱਸਦੇ ਇਹਨਾਂ ਨੂੰ ਸੱਚੀਓ ਪਰਵਾਹ ਨਹੀਂ ਸੀ। ਹੁਣ ਤੁਹਾਡੇ ਘਰੇ 4 ਬੰਦੇ ਆਉਣ, ਪੰਚਾਇਤ ਵਾਲੇ, ਪੁਲਿਸ ਵਾਲੇ, ਗੱਲ ਕਰਨ, ਤੁਸੀਂ ਹੱਸ ਕੇ ਟਾਲ ਦੋ, ਉਹ ਇੱਕ ਵਾਰ ਤੇ ਹਿੱਲ ਜਾਂਦੇ ਆ, ਕਿਉਂਕਿ ਦੁਨੀਆ ਤੁਹਾਡਾ ਫੇਸ ਰੀਡਿੰਗ ਕਰਦੀ ਹੈ। ਜੇ ਤੁਹਾਡੇ ਚਿਹਰੇ ਤੇ ਡਰ ਹੈ, ਸ਼ਿਕਨ ਹੈ, ਲੋਕ ਉਸ ਤਰੀਕੇ ਨਾਲ ਗੱਲ ਕਰਨਗੇ। ਜੇ ਤੁਸੀਂ ਬੇਪਰਵਾਹ ਹੋ, ਬੇਖੌਫ ਹੋ, ਤੇ ਡਰਾਉਣ ਵਾਲੇ ਖੁਦ ਡਰ ਜਾਂਦੇ ਆ। ਆਖੋ ਸਤਨਾਮ। ਕਹਿੰਦੇ 5 ਦੇ 5 ਸਿਪਾਹੀ ਪਿੱਛੇ, ਭਾਈ ਲਾਲੋ ਵਿਹੜੇ 'ਚ ਇਕੱਲੇ ਖੜੇ ਆ। ਪੰਡਤ ਕਿਤੇ ਨਾ ਕਿਤੇ ਹਿੱਲ ਗਿਆ ਵੀ ਮੈਂ ਤੇ ਸੋਚਦਾ ਸੀ ਵੀ ਇਹਨਾਂ ਨੇ ਮੰਨਣਾ ਹੀ ਨਹੀਂ ਹੈ, ਤੀਜੀ ਵਾਰ ਜਾ ਕੇ ਮੈਂ ਫੇਰ ਚੁਗਲੀ ਕਰੂੰਗਾ, ਫੜ ਕੇ ਲੈ ਕੇ ਜਾਣਗੇ। ਇਹ ਤਾਂ ਤਿਆਰੀ ਹੋ ਗਈ। ਇਹ ਹੱਸ ਪਏ। ਮਰਦ ਕਹਿੰਦੇ ਵੇਖ ਆਉਣੇ ਆ ਤੇਰਾ ਭਾਗੋ ਕਿਹੜਾ ਹੈ ਜਿਹਨੂੰ ਸਾਡੀ ਲੋੜ ਪੈ ਗਈ। ਮਤ ਮੰਦਨ ਕੋ ਲੱਜਤ ਕਰਨੇ, ਸਰਵ ਗਰਵ ਤੇ ਔਰ ਕੋ ਹਰਨੇ। ਭਾਈ ਬਾਲਾ ਜੀ ਕਹਿੰਦੇ ਹੰਕਾਰੀਆਂ ਦਾ ਹੰਕਾਰ ਤੋੜਨ ਰੱਬ ਚੱਲਿਆ, ਮੰਦੀ ਮੱਤ ਵਾਲਿਆਂ ਦੀ ਮੱਤ ਦਾ ਦਰਵਾਜ਼ਾ ਭੰਨਣ ਚੱਲਿਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਤਿਗੁਰ ਤੁਰ ਪਏ। ਹੱਸੇ ਕਿਉਂ ਨੇ ਮਰਦ? ਸਤਿਗੁਰ ਇਸ ਲਈ ਮੁਸਕਰਾਏ ਆ ਵੀ ਆਪਣਾ ਨਰਾਦਰ ਆਪ ਹੀ ਕਰਾਉਣ ਲੱਗੇ ਨੇ। ਆਖੋ ਸਤਨਾਮ। ਆਪ ਹੀ ਬੁਲਾ ਰਹੇ ਵੀ ਮੇਰਾ ਜਲੂਸ ਕੱਢ ਦਿਓ ਆ ਕੇ, ਮੇਰਾ ਜਿਹੜਾ ਮੈਂ ਜੋ ਅਡੰਬਰ ਜਿਹਾ ਰਚਿਆ ਹੋਇਆ ਇਹਦਾ ਪਰਦਾ ਫਾਸ਼ ਕਰੋ। ਫਿਰ ਮੂਰਖਤਾ ਹੀ ਸੀ ਨਾ ਮਲਕ ਭਾਗੋ। ਤੇ ਉਹ ਮਲਕ ਭਾਗੋ ਦਾ ਜੇ ਪਰਦਾ ਚੱਕਿਆ ਜਾਊ ਤੇ ਉਹਦੇ ਵਿੱਚ ਇਨਵਾਲਵ ਕੌਣ ਹੈ? ਪੰਡਤ ਬਾਰ-ਬਾਰ ਆਉਂਦਾ ਸੀ। ਚੱਲ ਪਏ ਗੁਰੂ ਨਾਨਕ ਸਾਹਿਬ ਮਹਾਰਾਜ। ਚਲੋ ਪੰਡਤ ਫਿਰ ਵੀ ਕਿਤੇ ਨਾ ਕਿਤੇ ਸੋਚਦਾ ਹੈ ਵੀ ਮੈਂ ਲੈ ਤੇ ਆਇਆ, ਪਰ ਪੰਡਤ ਨੂੰ ਮਰਦ ਨੇ ਵਿਚਾਰੇ ਨਹੀਂ ਕਰਨਾ। 2 ਵਾਰ ਆ ਰਿਹਾ, ਤੀਜੀ ਵਾਰ ਜਦੋਂ ਬਾਰ-ਬਾਰ ਲੱਗ ਗਿਆ ਨਾ ਮਿੰਤਾਂ ਤਰਲੇ ਜੇ ਕਰਦਾ ਸੀ, ਮਰਦ ਨੇ ਵੇਖਿਆ ਵੀ ਔਖੇ ਸੌਖੇ ਦੇ ਕੰਮ ਕਰਦਾ, ਜਾਣਾ ਤੇ ਪੈਣਾ ਹੀ ਹੈ, ਕਿਉਂਕਿ ਜਾਏ ਬਿਨਾ ਸਰਨਾ ਨਹੀਂ। ਮਲਕ ਭਾਗੋ ਦਾ ਪਰਦਾਫਾਸ਼ ਵੀ ਨਹੀਂ ਕਰਦਾ, ਬਹਾਨਾ ਵੀ ਨਹੀਂ ਚਾਹੀਦਾ ਨਾ ਜਾਣ ਦਾ। ਜਦ ਗੁਰੂ ਨਾਨਕ ਸਾਹਿਬ ਮਹਾਰਾਜ ਜਿਵੇਂ ਦੇ ਲਿਬਾਸ ਵਿੱਚ ਸੀ ਉਸੇ ਤਰ੍ਹਾਂ ਚੱਲ ਪਏ। ਸ੍ਰੀ ਗੁਰ ਗਵਣੇ ਜਾਏ ਅੰਗਾਰੀ, ਲਾਲੋ ਚਲਿਓ ਸ਼ੰਕ ਪਿਸ਼ਾਰੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਰਵਾਜ਼ੇ ਤੇ ਰੋਕੇ। ਮਰਦ ਕਹਿੰਦੇ ਭਾਈ ਲਾਲੋ, ਕਹਿੰਦਾ ਹਾਂਜੀ ਪਾਤਸ਼ਾਹ। ਸਤਿਗੁਰੂ ਕਹਿੰਦੇ ਨਾਲ ਚੱਲ। ਕਵੀ ਲਿਖ ਰਹੇ ਆ, ਕਹਿੰਦੇ ਭਾਈ ਲਾਲੋ ਡਰੇ ਹੋਏ ਸੀ, ਡਰਨਾ ਵੀ ਕਿਉਂ, ਸਮੇਂ ਦਾ ਮੰਤਰੀ ਹੈ। ਭਾਈ ਲਾਲੋ ਇੱਕ ਗਰੀਬ ਸਿੱਖ ਹੈ, ਹੋ ਸਕਦਾ ਗੁਰੂ ਨਾਨਕ ਸਾਹਿਬ ਚਲੇ ਜਾਣ। ਕਦੀਆਂ ਸਰਕਾਰਾਂ ਨੇ, ਰਾਜਨੇਤਾ, ਹੁਕਮਰਾਨ ਨੇ ਇਸ ਗਰੀਬ ਨੂੰ ਤੰਗ ਕਰਨਾ ਹੋਵੇ ਬਾਅਦ ਚੋਂ, ਪਰ ਗੁਰੂ ਦਾ ਬਚਨ ਮੰਨ ਕੇ ਭਾਈ ਲਾਲੋ ਨਾਲ ਚੱਲ ਪਏ। ਫਿਰ ਨਹੀਂ ਡਰ ਕੋਈ, ਬੇਸ਼ੱਕ ਹੋਏਗਾ ਦੁਨਿਆਵੀ ਤੌਰ ਤੇ ਮਾੜਾ ਮੋਟਾ,
ਪਤਾ ਨਹੀਂ ਕੀ ਹੋਏਗਾ, ਪਰ ਇਹਨਾਂ ਤੇ ਹੌਸਲਾ ਮੇਰਾ ਸਤਿਗੁਰ ਮੇਰੇ ਨਾਲ ਵੇਖੀ ਜਾਏਗੀ। ਭਾਈ ਲਾਲੋ ਸਤਿਗੁਰਾਂ ਦੇ ਪਿੱਛੇ ਪਿੱਛੇ, ਸਤਿਗੁਰੂ ਅੱਗੇ ਅੱਗੇ, 5 ਸਿਪਾਹੀ ਸਤਿਗੁਰਾਂ ਦੇ ਨਾਲ ਨਾਲ ਘੇਰਾ ਪਾ ਕੇ ਤੁਰਦੇ ਨੇ। ਤੇ ਜਿਅਰ ਮਨੁਜ ਜਾਹੀ ਸੰਗ ਲਾਗੇ, ਪਗ ਨਹਿ ਲੱਗੈ ਦੁਸ਼ਟ ਭਾਗੇ। ਕਹਿੰਦੇ ਉਹ ਪਾਪੀਆਂ ਦੇ ਧਰਤੀ ਤੇ ਪੈਰ ਨਹੀਂ ਲੱਗਦੇ, ਭੱਜੇ ਭੱਜੇ ਜਾਂਦੇ ਆ, ਸਤਿਗੁਰਾਂ ਨੂੰ ਤੇਜ਼ ਤੇਜ਼ ਤੋਰਦੇ ਆ। ਏਮਨਾਬਾਦ ਵਿੱਚ ਰੌਲਾ ਪੈ ਗਿਆ। ਜਦੋਂ ਲੋਕਾਂ ਨੇ ਵੇਖਿਆ ਤਪਾ ਨਾਨਕ ਜੀ ਨੂੰ 5 ਸਿਪਾਹੀ ਲੈ ਕੇ ਚੱਲੇ ਆ ਤੇ ਫਿਰ ਦੰਦਕ ਥਾਂ, ਲੋਕੀ ਕਹਿੰਦੇ ਮਲਕ ਭਾਗੋ ਨੇ ਜੀ ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ। ਦੁਨੀਆ ਅਮੈਜ਼ਿੰਗ ਕਰਦੀ ਹੈ, ਜ਼ਮਾਨਾ ਆਪਣੀ ਰਾਏ ਦਿੰਦਾ ਹੈ, ਬੇਵਜ੍ਹਾ ਦਿੰਦਾ ਹੈ। ਕੁਛ ਵੀ ਵੇਖ ਲੈ, ਲੋਕਾਂ ਨੇ ਆਪਣਾ ਉਸੇ ਵੇਲੇ ਪੰਡਤ ਸ਼ੇਅਰ ਕਰ ਲੈਣਾ, ਏਦਾਂ ਨਹੀਂ ਏਦਾਂ ਹੋਇਆ ਹੋਣਾ, ਆ ਨਹੀਂ ਆ ਕੀਤਾ ਹੋਣਾ, ਗੱਲ ਨਹੀਂ ਮੰਨੀ ਹੋਣੀ, ਗਏ ਨਹੀਂ ਹੋਣੇ। ਪਰ ਸਤਿਗੁਰ ਬੇਪਰਵਾਹ ਹੋ ਕੇ ਜਾ ਰਹੇ। ਕਹਿੰਦੇ ਮਲਕ ਭਾਗੋ ਦਾ ਬਹੁਤ ਵੱਡਾ ਮਹਿਲ ਸੀ। ਮਹਿਲ ਦੇ ਬਿਲਕੁਲ ਪਿਛਲੇ ਪਾਸੇ ਪੰਡਾਲ ਲੱਗਿਆ ਹੋਇਆ ਸੀ, ਜਿਸ ਪੰਡਾਲ ਵਿੱਚ 4 ਵਰਨਾਂ ਦੇ ਲੋਕਾਂ ਦੀ ਪਾਰਟੀਸ਼ਨ ਕੀਤੀ। ਖੱਤਰੀ ਬ੍ਰਾਹਮਣ ਇੱਕ ਪਾਸੇ ਬੈਠੇ ਰੋਟੀ ਖਾਂਦੇ, ਸ਼ੂਦਰ ਇੱਕ ਪਾਸੇ, ਵੈਸ਼ ਲੋਕ ਇੱਕ ਪਾਸੇ, ਤਾਂ ਜੋ ਇਕੱਠੇ ਨਾ ਹੋਣ, ਚਾਰੇ ਵਰਨ ਲੱਗ ਰਹਿਣ। ਕੀਤਾ ਸਿਰਫ ਆਡੰਬਰ ਇਸੇ ਲਈ ਸੀ ਵੀ ਲੋਕ ਕਹਿਣ ਮਲਕ ਭਾਗੋ ਵਰਗਾ ਦਰਵੇਸ਼ ਕੋਈ ਨਹੀਂ। ਪਰ ਮਲਕ ਭਾਗੋ ਜਾਣਦਾ ਸੀ ਵੀ ਜੇ ਨਾਨਕ ਤਪਾ ਜੀ ਨਾ ਆਏ, ਮੈਂ ਤੇ ਸਾਰਾ ਏਮਨਾਬਾਦ ਇਨਵਾਈਟਡ ਹੈ, ਬੁਲਾਇਆ ਹੋਇਆ ਹੈ, ਤੇ ਲੋਕ ਕਹਿਣਗੇ ਵੀ ਕੋਈ ਤੇ ਕਮੀ ਸੀ ਜਿਹੜੇ ਤਪਾ ਜੀ ਨਹੀਂ ਪਹੁੰਚੇ। ਗੁਰੂ ਨਾਨਕ ਸਾਹਿਬ ਮਹਾਰਾਜ ਚਲਦੇ ਚਲਦੇ ਮੁਸਕਰਾਉਂਦੇ ਹੋਏ ਮਲਕ ਭਾਗੋ ਦੇ ਵਿਹੜੇ ਵਿੱਚ ਆਣ ਖੜੇ। ਪੰਡਤ ਕਹਿੰਦਾ ਇੱਥੇ ਮੈਂ ਹੁਣੇ ਆਉਂਦਾ ਹਾਂ। ਤੋਹਰ ਸੁਣੀ ਨਗਰ ਮੇ ਜਾਹੇ ਤਹਾਂ, ਸ੍ਰੀ ਗੁਰੂ ਗਹਿ ਮੰਗਵਾਏ, ਧਾਏ ਧਾਏ ਹਿਤ ਹੀਰਨੇ, ਸੰਗ ਚਲੇ ਸਭ ਜਾਏ। ਜਿਸ ਵੇਲੇ ਸਾਰੇ ਸ਼ਹਿਰ 'ਚ ਰੌਲਾ ਪੈ ਗਿਆ ਨਾ, ਕਹਿੰਦੇ ਅਸੀਂ ਵੇਖਿਆ ਗੁਰੂ ਨਾਨਕ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ। ਇੱਕ ਨੇ 20 ਨੂੰ ਦੱਸਿਆ, 20 ਨੇ 40 ਨੂੰ ਦੱਸਿਆ। ਉਹ ਜਿਹੜੇ ਰੱਜ ਕੇ ਵੀ ਆਏ ਹੋਏ ਸੀ ਉਹ ਵੀ ਤਮਾਸ਼ਾ ਦੇਖਣ ਭੱਜ ਲੈ ਕੇ ਵੇਖਦੇ ਕੀ ਕਰੋ। ਕਈ ਤੇ ਸਤਿਗੁਰਾਂ ਨੂੰ ਜਾਣਦੇ ਆ ਵੀ ਜੋ ਮਰਜ਼ੀ ਹੋ ਜੇ, ਗੁਰੂ ਨਾਨਕ ਸਾਹਿਬ ਮਹਾਰਾਜ ਕਤਰਾ ਕਤਰਾ ਹੋ ਸਕਦੇ, ਪਰ ਪਾਪੀ ਦੇ ਘਰ ਦਾ ਪਾਣੀ ਨਹੀਂ ਪੀਣਗੇ। ਤੇ ਜਿਹੜੇ ਈਰਖਾ ਕਰਦੇ ਸੀ ਕਹਿੰਦੇ ਅੱਜ ਵੇਖਾਂਗੇ ਤਪਾ ਜੀ ਦਾ ਤਪ। ਜਦੋਂ ਮਲਕ ਭਾਗੋ ਨੇ ਕਹਿਣਾ ਨਾ ਭੋਜਨ ਖਾਓ, ਵੇਖਦਿਆਂ ਮਨਾ ਕਿੱਦਾਂ ਕਰਦੇ ਆ, ਤਮਾਸ਼ਾ ਬਣ ਗਿਆ ਲੋਕਾਂ ਨੂੰ। ਚੰਗਾ ਹੋ ਗਿਆ, ਦੁਨੀਆ ਦੀ ਭੀੜ ਇਕੱਠੀ ਹੋ ਗਈ, ਹਜ਼ਾਰਾਂ ਲੋਕ ਮਲਕ ਭਾਗੋ ਦੇ ਦੁਆਰੇ ਆ ਗਏ। ਚੌਪਈ ਜਾਏ ਮਲਕ ਢਿਗ ਬਚਨ ਆਲਾਇਓ, ਅਬ ਨਾਨਕ ਤੁਮਰੇ ਪੈ ਆਇਓ। ਜਿਹੜਾ ਚਮਚਾ ਸੀ ਪੰਡਤ, ਉਹ ਅੰਦਰ ਗਿਆ ਮਲਕ ਭਾਗੋ ਦੇ ਮਹਿਲ 'ਚ। ਸਤਿਗੁਰ ਵਿਹੜੇ 'ਚ ਖੜੇ ਆ, ਕੋਲ ਜਾ ਕੇ ਪਤਾ ਕੀ ਕਹਿੰਦਾ? ਕਹਿੰਦਾ ਦੇਖੋ ਜਨਾਬ ਮੈਂ ਕਿੱਡਾ ਔਖਾ ਕੰਮ ਸੌਖਾ ਕਰਦਾ। ਕਹਿੰਦਾ ਕੀ ਹੋਇਆ? ਨਾਨਕ ਤਪਾ ਤੁਹਾਡੇ ਦੁਆਰੇ ਆ ਗਿਆ। ਸ਼ਬਦਾਵਲੀ ਆਹੀ ਸੀ ਉਹਦੀ। ਸਾਡੇ ਤੇ ਸਤਿਗੁਰ ਨਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦਾ ਨਾਨਕ ਤਪੇ ਨੂੰ ਮੈਂ ਲੈ ਆਇਆ। ਮਲਕ ਭਾਗੋ ਬੜਾ ਹੈਰਾਨ ਵੀ ਜਿਹੜਾ ਵਿਅਕਤੀ, ਇੱਥੇ ਵਿਅਕਤੀ ਸ਼ਬਦ ਮੈਂ ਵਰਤ ਰਿਹਾ ਕਿਉਂਕਿ ਇਹ ਉਹਨਾਂ ਦਾ ਵਰਤਾਰਾ ਹੈ। ਗੁਰੂ ਸਾਹਿਬ ਨਾ ਵਿਅਕਤੀ ਨੇ ਨਾ ਸੰਸਾਰੀ ਲੋਕ ਨੇ, ਉਹ ਪਰਮੇਸ਼ਵਰ ਨੇ। ਕਹਿੰਦੇ ਜੋ ਵਿਅਕਤੀ ਮਨਾ ਕਰਦਾ ਸੀ, ਨਹੀਂ ਸੀ ਆਉਂਦੇ, ਕਹਿੰਦੇ ਸੀ ਮੇਰੇ ਵਰਗਾ ਤਪਸਵੀ ਕੋਈ ਨਹੀਂ, ਮੈਂ ਨਹੀਂ ਜਾਂਦਾ ਇਹੋ ਜਿਹੇ ਰਾਜੇ ਦੇ। ਰਾਜੇ ਨਾ ਗਏ। ਮਲਕ ਭਾਗੋ ਅੰਦਰ ਖੁਸ਼ ਹੋਇਆ, ਕਹਿੰਦਾ ਅੰਦਰ ਲਿਆ। ਇਸ਼ਾਰਾ ਕਰਤਾ ਉਹਨੇ ਪੰਡਤ ਵੀ ਇਕੱਲੇ ਅੰਦਰ ਆਉਣ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਲ ਤੇ ਭਾਈ ਲਾਲੋ ਨੇ। ਸ਼ਰਤ ਇਹੀ ਹੈ ਜੇ ਅੰਦਰ ਜਾਣਗੇ ਤੇ ਲਾਲੋ ਦੀ ਜਾਣਗੇ। ਉਹ ਕਹਿੰਦਾ ਅਸੀਂ ਖੱਤਰੀਆਂ, ਅਸੀਂ ਨੀਚਾਂ ਦੇ ਮੱਥੇ ਨਹੀਂ ਲੱਗਦੇ, ਸਾਡੇ ਵਿਹੜੇ ਨਹੀਂ ਆਉਂਦੇ। ਅੱਜ ਵੀ ਉਹ ਛੂਤ ਛਾਤ ਸ਼ੁਰੂ ਹੋ ਗਿਆ ਹੈ ਇਸੇ ਸਮਾਜ ਵਿੱਚ। ਆਉਣ ਵਾਲਾ ਸਮਾਂ ਵੇਖਿਓ ਜੇ ਆਹੀ ਕੁਛ ਰਿਹਾ ਨਾ, ਪਤਾ ਲੱਗ ਜਾਣਾ ਤੁਹਾਨੂੰ। ਮੈਂ ਤੇ ਪਿਛਲੇ 10 ਸਾਲਾਂ ਤੋਂ ਕਹਿੰਦਾ ਹੁੰਦਾ ਸੀ ਵੀ ਆਹ ਕੁਝ ਹੋਣਾ, ਆਹ ਕੁਝ ਹੋਣਾ, ਜੋ ਹੋ ਰਿਹਾ ਹੈ। ਦੇਖਿਓ ਇਹ 4 ਵਰਨਾਂ ਦਾ ਰੌਲਾ ਤੁਹਾਡੇ ਸਾਹਮਣੇ ਆਊਗਾ। ਈਰਖਾ ਤੇ ਸ਼ੁਰੂ ਹੋ ਗਈ, ਆਪਣੇ ਆਪਣੇ ਬੋਰਡ ਲੱਗਦੇ, ਸਮੁੰਦਰ 'ਚ ਕੋਈ ਮੁਸਲਮਾਨ ਨਾ ਹੋਵੇ, ਇੱਥੇ ਹਿੰਦੂ ਨਾ ਹੋਵੇ, ਆਹ ਕੁਝ ਹੋ ਰਿਹਾ ਹੈ। ਤੇ ਸ਼ੁਰੂਆਤ ਕਸ਼ਮੀਰ ਤੋਂ ਵੀ ਹੋਈ ਹੈ। ਇਹ ਮਾੜੇ ਨਤੀਜੇ ਆ, ਮਾੜਾ ਦੌਰ ਹੈ। ਧਰਮਾਂ ਤੇ ਪਾਪ ਦੀ ਰਾਜਨੀਤੀ ਹੈ, ਇਹਦੇ 'ਚ ਕੋਈ ਧਰਮ ਨਹੀਂ ਹੈ। ਜਿਹੜੇ ਲੋਕ ਇਹੋ ਜਿਹੇ ਕਰਮ ਕਰਦੇ ਧਰਮੀ ਥੋੜਾ ਹੁੰਦੇ। ਧਰਮੀ ਬੰਦਾ ਤੇ ਸਭ ਦਾ ਭਲਾ ਮੰਗਦਾ ਤੇ ਰੱਬ ਰੱਬ ਕਰਦਾ ਹੈ। ਇਹ ਸਿਰਫ ਰਾਜਨੀਤੀ ਹੈ। ਸਮੇਂ ਦੇ ਮਲਕ ਭਾਗੋ ਨੇ ਆਖਿਆ ਵੀ ਨਾਨਕ ਜੀ ਨੂੰ ਬੁਲਾਓ, ਅੰਦਰ ਲੈ ਆਓ। ਉਹ ਚਾਹੁੰਦਾ ਸੀ ਮੈਂ ਅੰਦਰ ਬਹਿ ਕੇ ਮਨਾਮ ਨੂੰ ਲਵਾਂ, ਰੋਟੀ ਖਵਾ ਦਿਆਂ ਤੇ ਲੋਕਾਂ 'ਚ ਇੱਜ਼ਤ ਰਹੇ। ਜੋ ਆਖੋ ਸਤਿਨਾਮ
ਜੇ ਅੰਦਰ ਬਹਿ ਕੇ ਆਉਣਗੇ ਨਾ ਕੁਛ ਦੇ ਲੈ ਲਾਂਗੇ, ਮੈਂ ਬੇਨਤੀ ਕਰ ਲਾਂਗਾ, ਕੋਈ ਮਾਇਆ ਮੋਇਆ ਦੇ ਦਿਆਂਗਾ, ਹੋ ਸਕਦਾ ਮੰਨ ਜਾਣ, ਕਿਉਂਕਿ ਉਹ ਵੀ ਖਤਰੀ ਨਹੀਂ। ਮਨ ਵਿੱਚ ਮਲਕ ਭਾਗੋ ਸੋਚਦਾ ਏ, ਮਲਕ ਕਹੈ ਆਨੋ ਮਮ ਪਾਸਾ, ਸ਼੍ਰੀ ਗੁਰ ਅੰਤਰ ਗਏ ਆਵਾਸ਼ਾ। ਸਤਿਗੁਰ ਜੀ ਫਿਰ ਬੁਲਾਇਆ ਤਾਂ ਉਹਦੇ ਮਹਿਲ ਦੇ ਅੰਦਰ ਆ ਗਏ। ਬਹੁਤ ਵੱਡਾ ਹਾਲ ਬਣਿਆ ਹੋਇਆ, ਮਲਕ ਭਾਗੋ ਬੈਠਾ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਭਗਵੇਂ ਵਸਤਰ ਪਾਏ ਹੋਇਆ ਤੇ ਸੁਲਾਵ 2 ਗਜ ਦਾ ਕੱਪੜਾ ਸੀਸ ਤੇ ਲਪੇਟਿਆ, ਚਰਨਾਂ ਵਿੱਚ ਖੜਾਵਾਂ ਨੇ ਤੇ ਸਤਿਗੁਰਾਂ ਦਾ ਪਿਆਰਾ ਆਗਰੀ ਬੜਾ ਜਾ ਸਿੱਖ ਭਾਈ ਲਾਲੋ ਨਾਲ ਨਾਲ, ਜਿੱਥੇ ਗੁਰੂ ਸਾਹਿਬ ਜਾਣਗੇ ਉੱਥੇ ਉਹ ਨਹੀਂ ਜਾਣਗੇ। ਮਲਕ ਭਾਗੋ ਨੇ ਵੇਖਿਆ ਸਤਿਗੁਰਾਂ ਨੂੰ ਸੀਸ ਤੋਂ ਲੈ ਕੇ ਚਰਨਾਂ ਤੱਕ ਵੀ ਹੈ ਤੇ ਕੋਈ ਬੰਦਗੀ ਵਾਲੀ ਰੂਪ ਹੈ। ਇੱਥੇ ਪਾਪੀ ਨੂੰ ਵੀ ਪਤਾ ਹੁੰਦਾ ਹੈ ਵੀ ਭਗਤੀ ਵਾਲੇ ਨਾਮ ਜਪਣ ਵਾਲੇ ਆ, ਬੇਪਰਵਾਹ ਨੇ। ਭਗਤੀ ਵਾਲੇ ਦੀ ਨਿਸ਼ਾਨੀ ਕੀ ਹੈ? ਉਹ ਡਰਦਾ ਡਰਦਾ ਨਹੀਂ ਕਿਸੇ ਤੋਂ ਹੁੰਦਾ। ਆਖੋ ਸਤਿਨਾਮ। ਜਿਹੜਾ ਮੈਂ ਥਰ ਥਰ ਕੰਬਦਾ ਫਿਰੇ, ਮਾਫ ਕਰਿਓ, ਭਗਤੀ ਦੀ ਇਹਦੀ ਲਾਇਕ ਵੀ ਨਹੀਂ। ਭਗਤੀ ਤੇ ਐਡੀ ਬੇਪਰਵਾਹ ਹੈ ਨਾ, ਭਗਤੀ ਕਰਨ ਵਾਲਿਆਂ ਸੀਸ ਕਲਮ ਕਰਾਉਂਦੇ ਤੇ ਕਰ ਵੀ ਦਿੱਤੇ। ਭਗਤੀ ਕਰਨ ਵਾਲਿਆਂ ਨੇ ਬੰਦ ਘਟਾ ਲਿਆ ਪਰ ਸੀ ਨਹੀਂ ਉਚਰੀ। ਗੁਰੂ ਨਾਨਕ ਸਾਹਿਬ ਜੀ ਨੂੰ ਵੇਖ ਕੇ ਮਲਕ ਭਾਗੋ ਜਾਣ ਗਿਆ ਕਿ ਸੱਚਮੁੱਚ ਹੀ ਤਪਾ ਜੀ ਤਪਸਵੀ ਨੇ, ਤਪ ਬੰਦਗੀ ਕਰਨ ਵਾਲੇ ਨੇ। ਕਹਿਓ ਜਾਏ ਮੁਝ ਕਿਉਂ ਬਲਵਾਇਓ, ਬਾਰ ਬਾਰ ਨਿਜ ਮਨ ਜ ਪਠਾਇਓ। ਸਤਿਗੁਰਾਂ ਨੂੰ ਵੇਖ ਮਲਕ ਭਾਗੋ ਖੁਸ਼ ਹੋਇਆ ਵੀ ਚੱਲ ਸ਼ੁਕਰਾਨ ਤੇ ਗਏ। ਗੁਰੂ ਸਾਹਿਬ ਨੂੰ ਕਹਿੰਦਾ ਤੁਸੀਂ ਲੇਟ ਹੋ ਗਏ, ਦੇਰੀ ਕੀਤੀ ਹੈ। ਜਗਤ ਗੁਰੂ ਪਤਾ ਕੀ ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ? ਸਤਿਗੁਰ ਕਹਿੰਦੇ ਉਹ ਮਲਕ ਭਾਗੋ ਕਿਉਂ ਬੁਲਾਉਣਾ ਬਾਰ ਬਾਰ, ਕੀ ਕੰਮ ਰੁਕਿਆ ਤੇਰਾ ਸਾਡੇ? ਮਤਲਬ ਬੜੇ ਕਰੜੇ ਹੋ ਕੇ, ਜਿਵੇਂ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸੂਬੇ ਦੀ ਕਚਹਿਰੀ 'ਚ ਬੋਲਦੇ ਸੀ ਨਾ, ਗੁਰੂ ਨਾਨਕ ਸਾਹਿਬ ਮਹਾਰਾਜ ਏਮਨਾਬਾਦ ਦੇ ਮੰਤਰੀ ਦੇ ਸਾਹਮਣੇ ਹਿੱਕ ਤਾਣ ਕੇ ਬੋਲੇ, ਕਹਿੰਦੇ ਤੇਰਾ ਸਾਡਾ ਕੀ ਨਾਤਾ ਹੈ, ਕਿਉਂ ਬਾਰ-ਬਾਰ ਸਦੇ ਭੇਜਦਾ ਏ। ਕੌਣ ਕਾਜ ਤੀਰੋ ਮਮ ਸੰਗਾ, ਭੇਜੈ ਆਇਸੋ ਹੋਈ ਨਿਸੰਗਾ। ਕਿਹੜਾ ਕੰਮ ਤੇਰਾ ਅੜਿਆ ਹੋਇਆ, ਤੂੰ ਬਾਰ-ਬਾਰ ਸਾਡੇ ਕੋਲ ਆਪਣੇ ਵਿਅਕਤੀ ਭੇਜਦਾ, ਨਾਨਕ ਜੀ ਆਓ, ਨਾਨਕ ਜੀ ਆਓ। ਸਤਿਗੁਰ ਕਹਿੰਦੇ ਅਸੀਂ ਨਹੀਂ ਤੈਨੂੰ ਜਾਣਦੇ। ਜੇ ਅੱਜ ਕੱਲ ਦਾ ਕੋਈ ਸਾਧ ਹੁੰਦਾ, ਉਹਨੇ ਅੰਦਰ ਜਾ ਕੇ ਕਹਿਣਾ ਸੀ ਵੀ 2 ਮਰਲੇ ਪਲਾਟ ਇੱਧਰ ਦੇ ਦਿਓ, ਬਾਕੀ ਆ ਕਰਾ ਦਿਓ, ਆ ਜਿਹੜੀਆਂ ਭੇਡਾਂ ਮੈਂ ਆਪੇ ਸਾਂਭ ਲੂੰਗਾ। ਸਤਿਨਾਮ। ਉਹ ਕੀ ਸਵਾਲ ਏਦਾਂ ਹੋਣਾ ਸੀ, ਪਰ ਉਹ ਸਤਿਗੁਰ ਨਹੀਂ। ਗੁਰੂ ਨਾਨਕ ਸਾਹਿਬ ਮਹਾਰਾਜ ਬੇਪਰਵਾਹ ਹੋ ਕੇ ਪੈ ਗਏ, ਪਰਵਾਹ ਹੀ ਨਹੀਂ ਕੀਤੀ ਕਿਸੇ ਦੀ ਵੀ ਇਹ ਮਲਕ ਭਾਗੋ ਕੀ ਚੀਜ਼ ਹੈ। ਜਿਹੜੇ ਬਾਬਰ ਨੂੰ ਜਾਬਰ ਕਹਿ ਸਕਦੇ ਆ, ਮਲਕ ਭਾਗੋ ਹੈ ਕੀ? ਮੰਤਰੀ ਹੈ। ਇਹੋ ਜਿਹੇ ਮੰਤਰੀ ਬਥੇਰੇ ਤੁਰੇ ਫਿਰਦੇ ਹੁੰਦੇ। ਰੱਬ ਦੇ ਪਿਆਰਿਆਂ ਵਾਸਤੇ ਕੋਈ ਰਾਜਾ ਮਹਾਰਾਜਾ ਨਹੀਂ ਹੁੰਦਾ। ਜੇ ਕਦੇ ਬੇਪਰਵਾਹੀ ਵੇਖਣੀ ਹੈ ਨਾ, ਸੰਤ ਬਾਬਾ ਈਸ਼ਰ ਸਿੰਘ ਰਾਣਾ ਸਾਹਿਬ ਵਾਲੇ ਦੀਵਾਨ 'ਚ ਬੈਠੇ ਆ, ਸਮੇਂ ਦਾ ਮੁੱਖ ਮੰਤਰੀ ਬਣਨ ਵਾਸਤੇ ਆਇਆ ਹੈ, ਸਮਾਂ ਨਹੀਂ ਹੈ। ਆਪਣੇ ਟਾਈਮ ਨਾਲ ਦੀਵਾਨ ਸਮਾਪਤ ਕੀਤਾ, ਉੱਠ ਕੇ ਗੱਡੀ 'ਚ ਬਹਿ ਕੇ ਵਾਪਸ ਆ ਗਏ ਤੇ ਮੁੱਖ ਮੰਤਰੀ ਪੰਜਾਬ ਭੱਜਿਆ ਫਿਰਦਾ, ਕਹਿੰਦਾ ਸੰਤ ਮਿਲੇ ਨਹੀਂ। ਮੈਂ ਕਹਿੰਦਾ ਜੀ ਅੱਜ ਕੱਲ੍ਹ ਵਾਲਾ ਹੁੰਦਾ, ਉਹਨੇ ਕਹਿਣਾ ਦੀਵਾਨ ਪੋਸਟਪੋਨ ਕਰ ਦੋ, ਮੰਤਰੀ ਸਾਹਿਬ ਆਇਆ ਦੁੱਧ ਬਣਾਓ। ਆਖੋ ਸਤਿਨਾਮ। ਆਪ ਭੱਜਿਆ ਫਿਰਨਾ ਸੀ ਅੱਗੇ ਪਿੱਛੇ। ਬੇਪਰਵਾਹੀ ਐਸੀ ਹੁੰਦੀ ਹੈ ਭਗਤੀ ਵਾਲਿਆਂ ਦੀ, ਪਰਵਾਹ ਨਹੀਂ ਕਿਸੇ ਕੀ ਬਾਤ ਸੱਚ। ਹੁਣ ਜਿਸ ਵੇਲੇ ਮਲਕ ਭਾਗੋ ਸਾਹਮਣੇ ਬੈਠਾ, ਸਤਿਗੁਰ ਤਾੜ ਕੇ ਬੋਲਦੇ ਆ, ਕਹਿੰਦੇ ਤੇਰਾ ਸਾਡੇ ਨਾਲ ਕੀ ਲੈਣ ਦੇਣ ਹੈ, ਅਸੀਂ ਤੈਨੂੰ ਜਾਣਦੇ ਨਹੀਂ। ਸੁਣ ਕਰ ਭਾਗੋ ਬਚਨ ਆਲਾਇਓ, ਬ੍ਰਹਮ ਭੋਜ ਮਮ ਕਿਉ ਆਇਓ। ਜਦੋਂ ਮਲਕ ਭਾਗੋ ਨੇ ਸੁਣਿਆ ਵੀ ਇਹ ਤੇ ਬੜੇ ਕੋਹੇ ਕਰਾਰੇ ਨੇ, ਲਿਹਾਜ਼ ਨਹੀਂ ਕਰਦੇ ਕਿਸੇ ਦੀ, ਸੱਚੀ ਭਗਤੀ ਵਾਲੇ ਦੀ ਕਿਸੇ ਨਾਲ ਲਿਹਾਜ਼ ਨਹੀਂ, ਨਾ ਧੀ ਨਾਲ, ਨਾ ਪੁੱਤ ਨਾਲ, ਨਾ ਲੋਕਾਂ ਨਾਲ, ਉਹ ਸਿਰਫ ਰੱਬ ਨਾਲ ਕਰਦੇ। ਮਲਕ ਭਾਗੋ ਨਾਲ ਥੋੜਾ ਜਿਹਾ ਸ਼ਰਮਿੰਦਾ ਜਿਹਾ ਹੋਇਆ ਅੰਦਰੋਂ, ਹੱਥ ਜੇ ਜੋੜ ਕੇ ਕਹਿੰਦਾ ਜੀ ਮੈਨੂੰ ਪਤਾ ਮੇਰਾ ਤੁਹਾਡੇ ਨਾਲ ਰਿਸ਼ਤਾ ਕੋਈ ਨਹੀਂ, ਨਾਤਾ ਕੋਈ ਨਹੀਂ, ਮੈਂ ਤੇ ਤੁਹਾਨੂੰ ਜਾਣਦਾ ਵੀ ਨਹੀਂ, ਪਰ ਹਾਂ ਮੈਂ ਬਹੁਤ ਵੱਡਾ ਯੱਗ ਕੀਤਾ ਹੈ, ਬ੍ਰਹਮ ਭੋਜ ਕੀਤਾ ਹੈ, ਸੁਣਿਆ ਤੁਸੀਂ ਉਹਦੇ ਵਿੱਚ ਨਹੀਂ ਆਏ, ਸ਼ਿਰਕਤ ਨਹੀਂ ਕੀਤੀ। ਮੈਂ ਤੇ ਇਹ ਆਸਵੰਦ ਸੀ ਵੀ ਤੁਸੀਂ ਆ ਕੇ ਭੋਜਨ ਕਰਦੇ। ਵੱਡੇ ਵੱਡੇ ਰਿਸ਼ੀ, ਸਾਧੂ, ਤਪਸਵੀ, ਯੋਗੀ ਇੱਥੇ ਭੋਜਨ ਖਾ ਕੇ ਗਏ ਨੇ। ਤੇ ਜਨੇ ਤੁਝੇ ਅਮੰਤੋ ਦੀਨੋ, ਆਨ ਆਹਾਰ ਨ ਖਾਵਣ ਕੀਨੋ। ਹੁਣ ਮਲਕ ਭਾਗੋ ਸਤਿਗੁਰਾਂ ਨੂੰ ਸਵਾਲ ਕਰਦਾ ਹੈ, ਕਹਿੰਦਾ ਮੇਰੇ ਪੰਡਤ ਜੀ ਨੇ ਤੁਹਾਨੂੰ 3 ਵਾਰ ਨਿਮੰਤਰਣ ਦੇਤਾ, ਸੱਦਾ ਦੇਤਾ, ਤੁਸੀਂ ਕਿਉਂ ਨਹੀਂ ਆਉਂਦੇ?
ਜਦੋਂ ਪੰਡਤ ਜੀ ਆਪ ਗਏ ਨੇ, ਕਿਉਂਕਿ ਪੰਡਤ ਸਤਿਕਾਰਯੋਗ ਹੈ, ਬਾਣੀ ਨੇ ਲਿਖਿਆ ਬਾਹਮਣ ਗੁਰੂ ਹੈ ਜਗਤ ਦਾ, ਭਗਤਨ ਦਾ ਗੁਰ ਨਾਹੀ। ਕਹਿੰਦੇ ਬ੍ਰਾਹਮਣ ਸਮਾਜ ਦਾ ਗੁਰੂ ਹੋ ਸਕਦਾ, ਦੁਨੀਆ ਦਾ ਲੋਕੀ ਰੱਬ ਕਹਿੰਦੇ ਹੋਣਗੇ, ਪਰ ਰੱਬ ਦੇ ਪਿਆਰੇ ਭਗਤਾਂ ਦਾ ਗੁਰੂ ਨਹੀਂ ਹੈ। ਸਤਿਗੁਰ ਤੇ ਪਰਮਾਤਮਾ ਦੇ ਭਗਤ ਨੇ, ਆਪ ਪਰਮਾਤਮਾ ਨੇ, ਉਹਨਾਂ ਨੇ ਕੀ ਜਾਣਨਾ ਤੇ ਜਾਣਦੇ ਪਖੰਡ ਕੀ ਕਰਦਾ ਇਹ। ਕਹਿੰਦਾ ਜੀ ਤੁਹਾਨੂੰ 2 ਵਾਰ ਨਿਮੰਤਰਣ ਪਹਿਲਾਂ ਦਿੱਤਾ ਹੈ, ਤੀਜੀ ਵਾਰੀ ਹੁਣ ਗਏ ਨੇ, ਤੁਸੀਂ ਹਰ ਵਾਰ ਠੁਕਰਾਉਂਦੇ ਰਹੇ ਹੋ। ਬ੍ਰਹਮ ਭੋਜ ਮੈਂ ਦੋਖੂ ਕਵਨਾ, ਜਿਹ ਭਿਖ ਨਹਿ ਆਮੈ ਮੁਝ ਭਵਨਾ। ਸਤਿਗੁਰਾਂ ਨੇ ਕੋਈ ਜਵਾਬ ਨਾ ਦਿੱਤਾ। ਫੇਰ ਮਲਕ ਭਾਗੋ ਕਹਿੰਦਾ ਐਸਾ ਸਾਡੇ ਬ੍ਰਹਮ ਭੋਜ ਵਿੱਚ ਕੀ ਘਾਟ ਹੈ, ਕਿਹੜੀ ਕਮੀ ਹੈ ਵੀ ਨਾਨਕ ਜੀ ਤੁਸੀਂ ਨਹੀਂ ਆਏ। ਉਹਨੇ ਸਵਾਲ ਕੀਤੇ ਆ ਵੀ ਮੇਰੇ ਸਵਾਲਾਂ ਦਾ ਜਵਾਬ ਦਿਓ। ਮੈਂ 1 ਵਾਰ ਬੰਦਾ ਭੇਜਿਆ, 2 ਵਾਰ ਭੇਜਿਆ, 3 ਵਾਰ ਭੇਜਿਆ, ਕੀ ਕਮੀ ਹੈ ਸਾਡੇ ਲੰਗਰ ਵਿੱਚ, ਕਿਉਂ ਨਹੀਂ ਆਉਂਦੇ ਤੁਸੀਂ? ਬੜਾ ਔਖਾ ਸਵਾਲ ਸੀ। ਭਾਈ ਲਾਲੋ ਵੇਖ ਰਹੇ ਆ ਵੀ ਹੋ ਕੀ ਰਿਹਾ, ਤੇ ਪੰਡਤ ਬੜਾ ਖੁਸ਼ ਹੈ ਵੀ ਤਪਾ ਜੀ ਨੂੰ ਜਵਾਬ ਨਹੀਂ ਆਉਣਾ। ਖੋ ਸਤਨਾਮ ਕੀ ਦੱਸਾਂਗੇ ਵੀ ਮੈਂ ਖੱਤਰੀਆਂ ਦੇ ਘਰ ਦਾ ਭੋਜਨ ਨਹੀਂ ਖਾਂਦਾ। ਉਹ ਬ੍ਰਾਹਮਣ ਤਿਆਰ ਖੜਾ ਕੋਲੇ ਵੀ ਜੇ ਤੁਸੀਂ ਇੱਕ ਨੀਚ ਬੰਦੇ ਦੇ ਘਰੇ ਰੋਟੀ ਖਾ ਸਕਦੇ, ਉਹਨਾਂ ਦੇ ਕਹਿਣ ਮੁਤਾਬਿਕ ਭਾਈ ਲਾਲੋ ਵਰਗਾ ਮਹਾਨ ਮਹਾਂਪੁਰਖ ਉੱਚਾ ਸਾਧੂ ਕੋਈ ਨਹੀਂ, ਪਰ ਇਹਨਾਂ ਦੇ ਮੁਤਾਬਿਕ ਉਹ ਕਹਿੰਦੇ ਜੇ ਤੁਸੀਂ ਇੱਕ ਨੀਚ ਵਿਅਕਤੀ ਦੇ ਘਰ ਰਹਿ ਕੇ ਰੋਟੀ ਖਾ ਸਕਦੇ ਹੋ, ਤੇ ਖੱਤਰੀ ਦੇ ਘਰ ਰੋਟੀ ਖਾਣ 'ਚ ਕੀ ਨਾਰਾਜ਼ਗੀ ਹੈ, ਕੀ ਕਮੀ ਹੈ? ਕਰਮ ਸੋਚੀ ਬੈਠਾ ਸੀ। ਇਸੇ ਕਰਕੇ ਹੈਰਾਨ ਆ ਵੀ ਹੁਣ ਨਾਨਕ ਜੀ ਬੋਲਣਗੇ। ਮਲਕ ਭਾਗੋ ਕਹਿੰਦਾ ਜੀ ਮੈਂ ਏਡਾ ਵੱਡਾ ਯੱਗ ਕੀਤਾ, ਬ੍ਰਹਮ ਭੋਜ ਕੀਤਾ, ਲੱਖਾਂ ਲੋਕ ਆਏ ਨੇ ਭੋਜਨ ਕਰਕੇ ਗਏ, ਸਾਰੇ ਇਸ ਲੰਗਰ ਦੀ ਸਿਫਤ ਕਰਦੇ ਗਏ ਨੇ, ਇੱਕ ਤੁਸੀਂ ਹੋ ਜਿਨ੍ਹਾਂ ਨੇ ਵਿਰੋਧਤਾ ਕੀਤੀ ਹੈ। ਹਮ ਫਕੀਰ ਸਭ ਤੇ ਸੋ ਬਿਦਾਵੇ, ਜਹ ਗੁਜਰੇ ਤਹ ਹੀ ਗੁਜਰਾਵੇ। ਮਰਦ ਕਹਿੰਦੇ ਅਸੀਂ ਨਾ ਤੇਰੇ 4 ਵਰਨਾਂ ਵਿੱਚੋਂ ਹਾਂ। ਉਹ ਕਹਿੰਦਾ ਮੈਂ 4 ਵਰਨ ਬੁਲਾਏ, ਖੱਤਰੀ ਬ੍ਰਾਹਮਣ ਸ਼ੂਦਰ ਵੈਸ਼, ਉਹ ਸਤਿਗੁਰ ਜੀ ਪਰਿਵਾਰ ਕਰਕੇ ਖੱਤਰੀ ਨੇ, ਪਰ ਉਹ ਨਹੀਂ ਨੇ। ਸਤਿਗੁਰ ਕਹਿੰਦੇ ਅਸੀਂ ਫਕੀਰ ਹਾਂ, ਬਿਦਾਵੇ ਅਸੀਂ ਦਾਅਵੇ ਨਹੀਂ ਕਰਦੇ, ਗਰੰਟੀਆਂ ਨਹੀਂ ਦਿੰਦੇ। ਦਾਅਵੇਦਾਰ ਹੁੰਦਾ ਗਰੰਟੀ। ਬਾਣੀ ਲਿਖਦੀ ਹੈ ਨਾ, ਦਾਵੇ ਦਾਜਨ ਹੋਦ ਹੈ ਨਿਰਦਾਵੇ ਰਹਿ ਨਿਸੰਗ, ਜੋ ਜਨ ਨਿਰਦਾਵੇ ਰਹਿ ਕਣੈ ਕਿਦਰ ਸੋਹੰਗ। ਦੁਨੀਆ ਕਰਦੀ ਵਾਅਦੇ, ਜਮਾਨਾ ਕਰਦਾ ਦਾਵੇ, ਤੇ ਰੱਬ ਦੇ ਪਿਆਰੇ ਨਿਰਦਾਵੇ ਹੋ ਕੇ ਰਹਿੰਦੇ ਆ। ਉਹ ਕਹਿੰਦੇ ਜਿੱਥੇ ਮਿਲ ਗਿਆ ਭੋਜਨ ਛਕ ਲੈ, ਜਿੱਥੇ ਰਾਤ ਆਈ ਗੁਜ਼ਾਰ ਲਈ। ਸਾਡੇ ਦਾਵੇ ਥੋੜਾ ਵੀ ਇਸ ਲਾਗੇ ਸੁਣ, ਸਾਡੇ ਦਾਵੇ ਥੋੜਾ ਵੀ ਮੈਂ 7 ਮੰਜ਼ਲੀ ਕੋਠੀ ਬਣਾਉਣੀ ਹੈ। ਫਕੀਰਾਂ ਦੇ ਦਾਵੇ ਨਹੀਂ, ਬੇਪਰਵਾਹੀ ਹੁੰਦੀ ਹੈ। ਮਰਦ ਕਹਿੰਦੇ ਸਾਡਾ ਦਾਵਾ ਹੀ ਕੋਈ ਨਹੀਂ ਜ਼ਿੰਦਗੀ ਦੇ ਉੱਤੇ, ਤੇ ਫਿਰ ਤੇਰੇ ਨਾਲ ਕਾਹਦੀ ਉਠੜੀ ਬੈਠੀ, ਜਦੋਂ ਜ਼ਿੰਦਗੀ ਦਾ ਦਾਵਾ ਨਹੀਂ ਤੇ ਤੇਰੇ ਨਾਲ ਕਾਹਦਾ। ਤੇ ਫਿਰ ਸਤਿਗੁਰ ਕਹਿੰਦੇ ਆ ਜੋ ਜਨ ਨਿਰਦਾਵੇ ਰਹਿ, ਜੋ ਇਨਸਾਨ ਇਸ ਦੁਨੀਆ ਤੇ ਬਿਨਾਂ ਦਾਅਵਿਆਂ ਤੋਂ ਰਹਿੰਦਾ ਨਾ, ਵਾਅਦੇ ਨਹੀਂ ਕਰਦਾ, ਕਣੈ ਕਿਦਰ ਸੁਰੰਗ। ਕਹਿੰਦੇ ਉੱਤੇ ਰਾਜੇ ਇੰਦਰ ਨੂੰ ਵੀ ਕੰਗਾਲ ਸਮਝਦਾ। ਖੋ ਸਤਨਾਮ ਵੀ ਅਸੀਂ ਕਿਸੇ ਰਾਜੇ ਤੋਂ ਕੀ ਲੈਣਾ, ਸਾਨੂੰ ਕੀ ਕਿਸੇ ਸਰਕਾਰ ਤੋਂ, ਸਾਡੀ ਆਪਣੀ ਸਰਕਾਰ। ਅੱਜ ਵੀ ਤੁਸੀਂ ਵੇਖਿਆ ਹੋਣਾ ਬੜੇ ਤੁਹਾਨੂੰ ਸਿੱਖ ਦਰਵੇਸ਼ ਮਿਲਣਗੇ, ਜੇ ਕੋਈ ਆ ਕੇ ਤੈਨੂੰ ਫਲਾਣੇ ਮੰਤਰੀ ਕੋਲ ਲੈ ਜਾਂਦੇ ਨਾ, ਸਾਡਾ ਬਾਜਾਂ ਵਾਲਾ ਸ਼ਹਿਨਸ਼ਾਹ, ਸਾਡਾ ਪਿਤਾ ਸ੍ਰਿਸ਼ਟੀ ਦਾ ਮਾਲਕ, ਓਏ ਅਸੀਂ ਇਹਨਾਂ ਲੰਡੀਆਂ ਪੁੱਛੀਆਂ ਤੋਂ ਕੀ ਲੈਣਾ। ਨਿਹੰਗ ਸਿੰਘਾਂ ਦੀ ਬੋਲੀ ਹੈ ਇਹ, ਅਸੀਂ ਨਹੀਂ ਜਾਂਦੇ ਕਿਸੇ ਕੋਲ, ਨਹੀਂ ਮੰਗਦੇ ਕਿਸੇ ਕੋਲ, ਕਿਉਂਕਿ ਸਾਡਾ ਸਤਿਗੁਰੂ ਸ੍ਰਿਸ਼ਟੀ ਦਾ ਰਾਜਾ ਹੈ। ਸੱਚਮੁੱਚ ਹੈ, ਬੇਪਰਵਾਹੀ ਹੁੰਦੀ ਹੈ। ਬੜੇ ਐਸੇ ਗੁਰਸਿੱਖ ਤੁਹਾਨੂੰ ਅੱਜ ਵੀ ਮਿਲ ਜਾਣਗੇ ਬੇਪਰਵਾਹੀ ਦੇ ਆਲਮ 'ਚ ਰਹਿੰਦੇ ਆ। ਗੁਰੂ ਨਾਨਕ ਸਾਹਿਬ ਜੀ ਨੂੰ ਉਹਨੇ ਸਵਾਲ ਕੀਤਾ ਸੀ ਤੁਸੀਂ ਬ੍ਰਹਮ ਭੋਜ ਵਿੱਚ ਕਮੀ ਕੀ ਕੱਢ ਰਹੇ ਹੋ? ਮਰਦ ਕਹਿੰਦੇ ਤੇਰੇ ਬ੍ਰਹਮ ਭੋਜ ਕਮੀ ਨਹੀਂ ਕੱਢੀ, ਨਾ ਅਸੀਂ ਨਿੰਦਿਆ ਕੀਤੀ, ਉਹ ਸਾਡਾ ਤੇਰੇ ਨਾਲ ਲੈਣ ਦੇਣੀ ਕੋਈ ਨਹੀਂ। ਤੂੰ ਰਾਜਾ ਸੀ ਫਕੀਰ, ਕੀ ਸਮਝਾਉਂਦਾ ਸੀ? ਤੇਰੇ ਵੱਡੇ ਵੱਡੇ ਦਾਅਵੇ ਨੇ, ਤੂੰ ਦਾਅਵੇ ਕਰਕੇ ਲੰਗਰ ਕੀਤਾ, ਬ੍ਰਹਮ ਭੋਜ ਕੀਤਾ। ਅਸੀਂ ਨਿਰਦਾਵੇ ਆ, ਅਸੀਂ ਇਹ ਤਾਂ ਨਹੀਂ ਕਿਹਾ ਵੀ ਕੋਈ ਨਹੀਂ ਤੂੰ ਚੱਲ ਅਸੀਂ ਆਏ, ਇੱਕ ਵਾਰ ਵੀ ਨਹੀਂ ਕਿਹਾ। ਹਾਂ ਜੇ ਪੰਡਤ ਨੂੰ ਕਹਿੰਦੇ ਦਾਵਾ ਕਰਦੇ ਵੀ ਅਸੀਂ ਆਏ ਤੇ ਨਾ ਆਉਂਦੇ, ਮਰਦ ਕਹਿੰਦੇ ਤੂੰ ਤਾਂ ਅੱਖਾਂ ਕੱਢਦਾ, ਤੂੰ ਤਾਂ ਬੋਲਦਾ ਸਾਨੂੰ, ਅਸੀਂ ਕੋਈ ਦਾਵਾ ਕੀਤਾ ਨਹੀਂ। ਤੋਹਰਾ ਜਹਾਂ ਬਣੀ ਅਚਵੀ ਤਾਹੀਂ, ਲਾਲਚ ਅਚਵਨ ਨਾਹੀਂ। ਭਾਈ ਸਾਡਾ ਤੇ ਬ੍ਰਹਮ ਭੋਜ ਸਦਾ ਏ, ਜਿੱਥੇ ਬਣ ਗਿਆ ਭੋਜਨ ਉੱਥੇ ਛਕ ਲਿਆ ਸੀ, ਤੇ ਕਦੇ ਖਾਣ ਦਾ ਲਾਲਚ ਨਹੀਂ ਕੀਤਾ। ਤੇ ਜਿਹੜੇ ਆਮ ਲੋਕ ਇਕੱਠੇ ਹੋਏ ਸੀ, ਵੱਡੇ ਵੱਡੇ ਸਾਧ ਵੀ ਆਏ ਨਾ, ਉਹ ਖਾ ਕੇ ਰੋਟੀਆਂ ਲੈ ਕੇ ਪੈਸੇ ਸਿਫਤਾਂ ਕਰਦੇ ਫਿਰਦੇ ਸੀ। ਸਿਆਣੇ ਕਹਿੰਦੇ ਹੁੰਦੇ ਸੀ
कहते जिहदे खाए टिकड़े उसे के गाए की करे भी जिहदी खाधी रोटी ओहदियां सिफतां करो, चोर नूं साध बना दो, साध नूं चोर बना दो, भुख नंगे नूं राजा बना दिओ, सिफतां करो औगण ते परता पा के नहीं। गुरु नानक साहब सच्चे पातशाह आखण लगे कहते साडा दावा कोई नहीं, जिथे भोजन मिल गया छक लईदा है ਉਹੀ ਬ੍ਰਹਮ ਭੋਜ। ਬ੍ਰਹਮ ਕਿਹਨੂੰ ਕਹਿੰਦੇ ਆ? ਜਿੱਥੇ ਇੱਕ ਰੱਬ ਨੂੰ ਹਾਜ਼ਰ ਸਮਝ ਕੇ ਰੋਟੀ ਖਾਧੀ ਜਾਏ। ਇੱਥੇ ਕਾਹਦਾ ਬ੍ਰਹਮ ਭੋਜ ਸੀ? ਸਿਰਫ ਐਡਵਰਟਾਈਜ਼ਮੈਂਟ ਸੀ। ਆਖੋ ਸਤਨਾਮ। ਵੀ ਆਹ ਜਿਹੜਾ ਮੰਤਰੀ ਆ ਨਾ, ਇਹ ਮੰਤਰੀ ਨਾ ਰਹੇ, ਰਾਜਾ ਬਣੇ। ਰਾਜਾ ਉਹ ਤਾਂ ਬਣੂਗਾ ਜੇ ਲੋਕਾਂ ਦੀ ਸਿਫਤ ਹੋਊਗੀ। ਤੇ ਉਹ ਕਿੱਦਾਂ ਮਿਲ ਰਹੀ ਹੈ? ਰੋਟੀਆਂ ਖਵਾ ਕੇ। ਕਹਿੰਦੇ ਰਿਸ਼ੀਆਂ ਨੂੰ ਚੱਕ ਕੇ ਲਿਆਓ, ਸਾਧੂਆਂ ਨੂੰ ਚੱਕ ਕੇ ਲਿਆਓ, ਕੋਈ ਬੰਦਾ ਨਾ ਇਹੋ ਜਿਹਾ ਰਹੇ ਜਿਹੜਾ ਰੋਟੀ ਖਾਏ ਬਿਨਾਂ, ਨਾਲ ਪੈਸੇ ਦੇ ਰਿਹਾ ਸੀ। ਮਤਲਬ 36 ਪ੍ਰਕਾਰ ਦੇ ਜਿਹੜੇ ਭੋਜਨ ਖਾਧੇ, ਢਿੱਡ ਭਰਿਆ, ਡੋਲੂ ਭਰਿਆ ਹੋਇਆ, ਉਹ ਕਹਿ ਦੂ ਵੀ ਮਾਲਕ ਭਾਗੋ ਜੋ ਹੈ। ਨਾ ਨਾ ਨਾ, ਇੱਥੇ ਤੇ ਸਮਾਜ 4.5 ਸਾਲ ਡਾਂਗਾਂ ਖਾ ਕੇ 5ਵੇਂ ਸਾਲ 50 ਰੁਪਏ ਦੇ ਪਾਊਚ ਤੇ ਸ਼ਰਾਬ ਵਾਲੇ ਤੇ ਵਿਕ ਕੇ ਕਹਿੰਦਾ ਫਲਾਣਾ ਜਿੰਦਾਬਾਦ ਸਤਨਾਮ। ਉਹ ਤੇ ਫਿਰ ਸਾਧ ਸੀ, ਦੁਨੀਆ ਦੇ ਉੱਤੇ ਖੜੀ ਹੈ। ਆ ਹੁਣ 4.5 ਸਾਲ ਬੀਤੇ ਆ ਨਾ, ਕਿੱਦਾਂ ਬੀਤੇ? ਸਾਰੇ ਕੋਈ ਟੈਂਕੀ ਚੜਿਆ, ਕੋਈ ਕਿਤੇ ਚੜਿਆ, ਕੀ ਕੁਛ ਹੋ ਰਿਹਾ। ਲਾਸਟ ਵਾਲੇ 15 ਦਿਨਾਂ 'ਚ ਵੇਖਿਓ ਕੀ ਕੁਛ ਹੋਊਗਾ। ਜਿੰਨੇ ਵਾਅਦੇ ਕੋਈ ਵੀ ਸਰਕਾਰ ਕਰੇ, ਆਖਰੀ 2 ਮਹੀਨਿਆਂ 'ਚ ਪੂਰੇ ਕਰਨੇ ਹੁੰਦੇ, ਕਿਉਂਕਿ ਦੁਨੀਆ ਨੂੰ ਪਤਾ ਹੈ, ਸਰਕਾਰਾਂ ਜਾਣਦੀਆਂ ਨੇ ਵੀ ਇਹ ਲੋਕ ਇੰਨੇ ਕੁ ਜੋਗੇ ਨੇ, ਇਹਨਾਂ ਦੇ ਜੁੱਤੀਆਂ ਮਾਰੋ, ਕੁੱਟੋ ਮਾਰੋ, ਅਖੀਰ ਵਿੱਚ ਆ ਕੇ 4 ਸੁਵਿਧਾਵਾਂ ਦੇ ਦਿਓ, ਇੱਕ ਇਹੀ ਜਿੰਦਾਬਾਦ ਜਿੰਦਾਬਾਦ। ਦੇਖ ਰਹੇ ਹੋ ਨਾ ਤੁਸੀਂ, ਸਾਡੇ ਨਾਲੋਂ ਹਰਿਆਣੇ ਵਾਲੇ ਚੰਗੇ, ਕਿੰਨੇ ਸੌਦੇ ਲਾਏ ਉਹਨਾਂ ਨੇ। ਜਿਹੜਾ ਲੀਡਰ ਬੋਲਦਾ ਹੈ ਗੋਟਿਆਂ ਥੱਲੇ ਲੈ ਜਾਂਦੇ, ਤੇ ਸਾਡੇ ਵਾਲੇ ਰੈਲੀਆਂ ਦੇ ਪਿੱਛੇ ਗੁਰਦੁਆਰੇ 'ਚ ਲੜਦੇ ਫਿਰਦੇ। ਆਖੋ ਸਤਨਾਮ। ਇੱਥੇ ਖੜੇ ਆ ਸਾਡਾ ਵਜੂਦ ਰਹਿ ਗਿਆ। ਇਹ ਉਹ ਪੰਜਾਬੀ ਨੇ ਜਿਹੜੇ ਕਦੇ ਨਾ ਅਫਗਾਨ ਤੱਕ ਰਾਜ ਕਰਦੇ ਸੀ, ਅੱਜ ਮੁਫਤ ਦੀਆਂ ਚੀਜ਼ਾਂ ਪਿੱਛੇ ਤੁਰੇ ਫਿਰਦੇ ਵੀ ਆਟਾ ਦਾਲ ਸਕੀਮ ਸਾਨੂੰ ਮਿਲ ਜੂ। ਅੱਜ ਕੌਮ ਇੱਥੇ ਖੜ ਗਈ ਸਾਡੀ। ਇਹ ਉਹ ਕੌਮ ਹੈ ਜਿਸ ਕੌਮ ਦੇ ਵਿੱਚ ਕਦੇ ਆ ਕੇ ਅੰਗਰੇਜ਼ ਨੌਕਰੀ ਕਰਦੇ ਸੀ, ਮਹਾਰਾਜਾ ਰਣਜੀਤ ਸਿੰਘ ਕੋਲ ਅੰਗਰੇਜ਼ ਆ ਕੇ। ਤੇ ਅੱਜ ਇਹ ਕੌਮ ਕਿਹੜੇ ਪਾਸੇ ਤੁਰੀ ਫਿਰਦੀ ਹੈ? ਭੁੱਲ ਗਈ ਆਪਣਾ ਇਤਿਹਾਸ, ਭੁੱਲ ਗਈ ਆਪਣਾ ਵਿਰਸਾ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਤਾੜ ਕੇ ਕਹਿਤਾ ਮਲਕ ਭਾਗੋ ਨੂੰ, ਕਹਿੰਦੇ ਅਸੀਂ ਤੇਰੇ ਭੋਜਨ ਤੋਂ ਕੀ ਲੈਣਾ, ਤੇਰਾ ਬ੍ਰਹਮ ਭੋਜ ਜਗ ਜਮਾਨੇ ਲਈ ਹੋਵੇਗਾ। ਜੈਸੇ ਦੇਵ ਹੈ ਆਨ ਕੋ ਔਰ ਕਰ ਹਰ ਸੁਖਾ ਹੈ। ਭਾਈ ਅਸੀਂ ਤੇ ਉਹ ਖਾ ਕੇ ਖੁਸ਼ ਹਾਂ ਜਿਵੇਂ ਕਿਸੇ ਨੇ ਪ੍ਰੇਮ ਨਾਲ ਲਿਆ ਕੇ ਦਿੱਤਾ, ਭਾਵੇਂ ਸੁੱਕੀ ਰੋਟੀ ਕਿਉਂ ਨਾ ਹੋਵੇ, ਅਚਾਰ ਨਾਲ ਕਿਉਂ ਨਾ ਹੋਵੇ। ਮਲਕ ਭਾਗੋ ਨੂੰ ਗੁੱਸਾ ਆਇਆ ਸੁਣ ਕੇ ਵੀ ਮੈਂ 36 ਪ੍ਰਕਾਰ ਦੇ ਭੋਜਨ ਲਾਏ, ਲਾਂਗਰੀ ਲਾਏ ਸਵੇਰ ਤੋਂ ਸ਼ਾਮ ਤੱਕ, ਤੇ ਇਹ ਕਹਿੰਦੇ ਅਸੀਂ ਸੁੱਕੀ ਰੋਟੀ ਦੇ ਖੁਸ਼ ਹਾਂ। ਉਹ ਵੀ ਖੱਤਰੀ ਹੋ ਗਏ ਜਦ ਤੇ ਨਾ ਇਹਨਾਂ ਜਨੇਊ ਪਾਇਆ ਹੋਇਆ, ਨਾ ਇਹਨਾਂ ਮੱਥੇ ਤੇ ਟਿੱਕਾ ਲਾਇਆ, ਨਾ ਧੋਤੀ ਲਾਈ, ਨਾ ਇਹਨਾਂ ਕੋਈ ਰਮਾਇਣ ਪੜ੍ਹੀ, ਨਾ ਗੀਤਾ ਪੜ੍ਹੀ। ਇਹ ਕਰ ਕੀ ਰਹੇ ਆ? ਅੰਦਰੋਂ ਅੰਦਰ ਧਾਰਮਿਕ ਜ਼ਹਿਰ ਸੀ, ਨਫ਼ਰਤ ਸੀ। ਗੁਰੂ ਬਾਬੇ ਦੇ ਬੋਲ ਮੂੰਹ ਤੇ ਚਪੇੜਾ ਹਨ। ਸੋ ਪਈ ਸੁਣ ਕਰ ਮਲਕ ਕਹੈ ਜਿਸ ਬੈਨਾ, ਭਾਵ ਵਿਪਰੀਤ ਜੇ ਤੁਝ ਪੈਨਾ। ਜਦੋਂ ਸਤਿਗੁਰਾਂ ਦੇ ਬਚਨਾਂ ਨੂੰ ਸੁਣਿਆ ਤੇ ਮਲਕ ਭਾਗੋ ਆਪਣੀ ਔਕਾਤ ਤੇ ਆ ਗਿਆ। ਔਕਾਤ ਸ਼ਬਦ ਵਰਤਿਆ, ਰਾਜੇ ਮਹਾਰਾਜੇ ਆ ਜਾਂਦੇ ਆ। ਕਹਿੰਦਾ ਓਏ ਬੋਲਦਾ ਕਿਵੇਂ ਆ ਤੂੰ? ਸਤਿਗੁਰਾਂ ਨੂੰ ਉਹ ਇਹ ਕਹਿ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕਹਿਤਾ ਸੀ ਤੈਨੂੰ ਜਾਣਦੇ ਨਹੀਂ ਸੀ, ਤੇ ਇੱਥੋਂ ਲੈਣਾ ਕੀ ਹੈ? ਕਹਿੰਦਾ ਬੋਲਦੇ ਕੀ ਹੋ ਤੁਸੀਂ? ਤੁਹਾਨੂੰ ਪਤਾ ਮੈਂ ਕੌਣ ਆ? ਦੱਸ ਰਿਹਾ ਮੈਂ ਇੱਥੋਂ ਦਾ ਮੰਤਰੀ ਹਾਂ, ਤੁਹਾਨੂੰ ਮੈਂ ਬਾਰ-ਬਾਰ ਨਿਉਂਦਾ ਭੇਜਿਆ, ਤੁਸੀਂ ਮੇਰੇ ਸਾਹਮਣੇ ਖੜ ਕੇ ਬੋਲਦੇ ਹੋ। ਕੀ ਕਮੀ ਮੇਰੇ ਲੰਗਰ ਭੋਜਨ ਦੇ ਵਿੱਚ? ਤੁਸੀਂ ਆਪਣੇ ਧਰਮ ਤੋਂ ਬੇਮੁਖ, ਤੁਹਾਨੂੰ ਇਹ ਨਹੀਂ ਪਤਾ ਸਨਾਤਨ ਮਤ ਕੀ ਕਹਿੰਦਾ ਹੈ। ਖੱਤਰੀ ਹੋ ਕੇ ਨੀਚਾਂ ਦੇ ਘਰ ਰਹਿੰਦੇ ਹੋ। ਮਲਕ ਭਾਗੋ ਕਿਹੜਾ ਦੇਖਣ ਆਇਆ ਸੀ? ਕਿਹਦੀ ਪੱਟੀ ਪੜਾਈ ਹੋਈ ਹੈ? ਸਭ ਜਾਣਦੇ ਹੋ। ਆਖੋ ਸਤਨਾਮ। ਜਿਹੜਾ 3 ਗੇੜੇ ਲਾ ਗਿਆ, ਉਹ ਕਹਿੰਦਾ ਸੀ ਨੀਚ ਦੇ ਘਰੇ ਰਹਿੰਦਾ ਏ, ਪਰ ਉਹ ਭਾਈ ਲਾਲੋ ਪਿੱਛੇ ਖੜਿਆ ਸੁਣਦਾ ਏ, ਉਹ ਨੀਚ ਨਹੀਂ ਹੈ। ਨੀਚਾ ਅੰਦਰ ਨੀਚ ਜਾਤ, ਨੀਚੀ ਹੁਆਤ ਨੀਚ, ਨਾਨਕ ਤਿਲ ਕੈ ਸੰਗ ਸਾਥ, ਵੱਡਿਆ ਸਿਉ ਕਿਆ ਰੀਸ। ਮਰਦ ਕਹਿੰਦੇ ਵੱਡਿਆਂ ਦੀ ਕੀ ਰੀਸ ਆ? ਜਿਹਨੂੰ ਜ਼ਮਾਨਾ ਨੀਚ ਕਹਿੰਦਾ ਸਭ ਤੋਂ ਉੱਚਾ ਏ, ਜੀਵਨ ਕਰਕੇ ਉੱਚਾ ਏ, ਇਖਲਾਕ ਕਰਕੇ ਉੱਚਾ ਏ। ਕਹਿੰਦਾ ਤੁਹਾਨੂੰ ਇਸ ਬ੍ਰਹਮ ਭੋਜ ਵਿੱਚ ਬੈਠ ਕੇ ਭੋਜਨ ਕਰਨਾ ਪੈਣਾ ਏ। ਸੁਣੀ ਹਮੇ ਤਵ ਕਤਰੀ ਜਾਤਾ, ਸ਼ੂਦਰਨ ਸਦਨ ਅਸਨ ਨਿਤ ਖਾਤਾ। ਸਤਿਗੁਰਾਂ ਨੂੰ ਸਾਹਮਣੇ ਹੋ ਕੇ ਬੋਲੇ ਮਲਕ ਭਾਗੋ, ਕਹਿੰਦਾ ਸ਼ੂਦਰਾਂ ਦੇ ਘਰ ਰੋਟੀ ਖਾਂਦੇ ਹੋ, ਮੈਂ ਸੁਣਿਆ ਤੇਰੀ ਯਾਦ ਖੱਤਰੀਆਂ ਦੀ, ਤੂੰ ਬੇਦੀਆਂ ਦੇ ਘਰੇ ਜਾਂਦੀ ਹੈ।
ਉਹ ਕਹਿੰਦਾ ਇਹ ਮਲਕ ਭਾਗੋ। ਗੁਰੂ ਸਾਹਿਬ ਨੂੰ ਵੇਖ ਕੇ ਨਾ ਸੁਣ ਕੇ ਮੁਸਕਰਾਈ ਜਾਣ ਕਿ ਇਹ ਗੱਲਾਂ ਨੇ ਕਰਨਾ। ਇੱਥੇ ਤੁਸੀਂ ਜਾਤਾਂ ਵਿੱਚ ਡਾਂਗੋ ਡਾਂਗੀ ਹੋਈ ਚਲੋ, ਮੈਂ ਜੱਟ, ਮੈਂ ਫਲਾਣਾ, ਮੈਂ ਫਲਾਣਾ। ਯਾਰ ਜਾਓ ਉੱਥੇ ਜਾ ਕੇ ਕਹੋ ਮੈਂ ਜੱਟ, ਉਹ ਕਹਿੰਦੇ ਉਹ ਚੁੱਪ ਕਰਕੇ ਦਿਹਾੜੀ ਕਰ ਜੇ ਕਰਨੀ ਨਹੀਂ, ਪਿੰਡ ਦਾ ਇੱਥੇ ਹੀ ਹੈ। ਮੈਂ ਜਾ ਕੇ ਆਖਾਂ ਮੈਂ ਸਿਆਣੀ, ਮੇਰੀ ਵੱਡੀ ਜਾਤ, ਮੇਰਾ ਫਲਾਣਾ, ਉਹ ਕਹਿੰਦੇ ਨਾ ਨਾ ਇੱਥੇ ਕੁਛ ਨਹੀਂ ਇਹੋ ਜਿਹਾ। ਸਾਡੇ ਲੋਕਾਂ ਨੇ ਆਹ ਕੰਮ ਉਧਰ ਵੀ ਫੜ ਲਿਆ ਜਾ ਕੇ, ਤੇ ਉਹ ਲੋਕ ਹੁਣ ਸਾਡੇ ਨਾਲ ਤਾਂ ਨਫ਼ਰਤ ਕਰਦੇ ਆ। ਅੱਜ ਜੋ ਕੁਛ ਅਸੀਂ ਇੱਥੇ ਕਰਦੇ ਸੀ ਨਾ ਪੰਜਾਬ 'ਚ, ਸੁੱਖ ਨਾਲ ਅਸੀਂ ਕੈਨੇਡਾ ਅਮਰੀਕਾ 'ਚ ਵੀ ਕਰਨ ਲੱਗ ਪਏ। ਆਖੋ ਸਾਡੇ ਨਾਲ ਆਉਣ ਵਾਲੇ ਸਮੇਂ 'ਚ ਉਹਨਾਂ ਸਾਨੂੰ ਬੈਨ ਕਰ ਦੇਣਾ। ਜਿਹੜੇ ਲੱਛਣ ਸਾਡੇ ਲੋਕਾਂ ਦੇ, ਜਿਹੜਿਆਂ ਕੰਮਾਂ 'ਚ ਅਸੀਂ ਪਏ ਆ, ਵਿਹਲੇ ਲੋਕਾਂ ਦੇ ਕੰਮ ਨੇ ਵੀ ਸਾਡੀ ਜਾਤ ਵੱਡੀ ਤੇਰੀ ਛੋਟੀ। ਹੁਣ ਜਿਹਨੇ ਜੀ 8 ਘੰਟੇ ਕੰਮ ਕਰਕੇ ਡੇਗਣਾ ਆ ਕੇ 12-12 ਘੰਟੇ ਸ਼ਿਫਟ ਲਾਉਣੀ ਹੈ, ਉਹਦੇ ਕੋਲ ਹੈ ਵਿਹਲੇ ਦਿਮਾਗ 'ਚ ਵੀ ਅਸੀਂ ਫਲਾਣੀ ਜਾਤ ਵਾਲੇ ਆ, ਅਸੀਂ ਬ੍ਰਾਹਮਣ ਹੁੰਨੇ ਆ, ਅਸੀਂ ਫਲਾਣੇ ਹੁੰਨੇ ਆ, ਤੁਸੀਂ ਨੀਚ ਹੁੰਨੇ ਹੋ। ਉਹਦੇ ਕੋਲ ਤੇ ਰਿਸ਼ਤੇਦਾਰਾਂ ਨੂੰ ਮਿਲਣ ਦਾ ਟਾਈਮ, ਘਰੇ ਗੱਲ ਕਰਨ ਦਾ ਟਾਈਮ ਨਹੀਂ। ਤੇ ਸਾਡੇ ਲੋਕ ਸੁਧਰਦੇ ਆ ਨਾ ਜਾ ਕੇ ਉੱਥੇ, ਇੱਥੇ ਕਿਉਂ ਨਹੀਂ ਸੁਧਰਦੇ? ਇੱਥੇ ਸਾਰੀ ਜਨਤਾ ਵਿਹਲੀ ਹੈ, ਜਿਹਨੂੰ ਮਰਜ਼ੀ ਵੇਖ ਲਾ, ਜਿੱਥੇ ਮਰਜ਼ੀ ਰੌਲਾ ਪਾ ਦਿਓ, ਫਲਾਣਾ ਫੰਕਸ਼ਨ ਹੋਣਾ, ਧੱਕਾ ਹੀ ਪੈਂਦਾ। ਉਧਰ ਨਹੀਂ, ਇਹੀ ਕਾਰਨ ਕਿਉਂਕਿ ਉੱਥੇ ਆਹ ਜਾਤਵਾਦ ਘਟੀ ਹੋਈ ਆ ਪਹਿਲੇ ਦਿਨ ਤੋਂ ਹੀ, ਤੇ ਸਾਡੇ ਇੱਥੇ ਸਿਰ ਚੜੀ ਹੋਈ ਹੈ। ਗੁਰੂ ਨਾਨਕ ਸਾਹਿਬ ਜੀ ਨੂੰ ਬੋਲਿਆ ਮਲਕ ਭਾਗੋ, ਕਹਿੰਦਾ ਨੀਚਾਂ ਦੇ ਘਰੇ ਤੁਸੀਂ 15 ਦਿਨਾਂ ਤੋਂ ਰਹਿ ਰਹੇ, ਟੁਕੜੇ ਖਾਂਦੇ ਹੋ, ਖੱਤਰੀ ਹੋ ਗਏ। ਤੁਸੀਂ ਆਪਣੇ ਜਾਤ ਦੀ, ਆਪਣੇ ਧਰਮ ਦੀ, ਆਪਣੇ ਮਜ਼ਹਬ ਦੀ ਇੱਜ਼ਤ ਨਹੀਂ ਰੱਖੀ। ਗੁਰੂ ਸਾਹਿਬ ਨੂੰ ਕਹਿੰਦਾ ਕੀ ਫਰਕ ਸੀ, ਮੈਂ ਵੀ ਖੱਤਰੀ ਸੀ, ਤੁਸੀਂ ਵੀ ਖੱਤਰੀ ਸੀ, ਮੇਰੇ ਘਰ ਆਉਂਦੇ, ਇੱਥੇ ਰਹਿੰਦੇ, ਰੋਟੀ ਖਾਂਦੇ, ਮਾਨ ਸਨਮਾਨ ਕਰਦੇ। ਪਰ ਕਹਿੰਦਾ ਮੈਨੂੰ ਪਤਾ ਹੈ ਤੂੰ ਸਾਧ ਨਹੀਂ ਹੈ, ਤੂੰ ਤਪਸਵੀ ਨਹੀਂ ਹੈ, ਤੂੰ ਨੀਚਾਂ ਦੇ ਘਰੇ ਰਹਿਣਾ ਹੈ। ਗੁਰੂ ਨਾਨਕ ਸਾਹਿਬ ਜੀ ਨੂੰ ਕਹਿੰਦਾ ਤੈਨੂੰ ਭੋਜਨ ਕਰਨਾ ਹੀ ਪੈਣਾ। ਇਹ ਆ ਵੀ ਧੱਕੇ ਨਾਲ ਰੋਟੀ ਖਵਾਉਣ ਵਾਲਾ ਕੰਮ ਹੈ। ਆਪ ਜੀ ਨੇ ਪਿਛਲੇ 3 ਪ੍ਰਸੰਗਾਂ ਵਿੱਚ ਸੁਣਿਆ, ਸੌਖੇ ਨਹੀਂ ਆ ਗਏ ਗੁਰੂ ਸਾਹਿਬ ਮਲਕ ਭਾਗੋ ਦੇ ਘਰੇ। ਬੜਾ ਕਹਿਣਾ ਸੌਖਾ ਹੈ ਵੀ ਲਾਲੋ ਦੇ ਘਰ ਗਏ, ਫਿਰ ਮਲਕ ਭਾਗੋ ਦੇ ਆਏ। ਮਲਕ ਭਾਗੋ ਨੇ ਕੀ ਪਾਪੜ ਵੇਲੇ ਆ ਗੁਰੂ ਸਾਹਿਬ ਨੂੰ ਇੱਥੇ ਲਿਆਉਣ ਵਾਸਤੇ। ਹੁਣ ਜਿਹਨੇ ਜੋ ਕੁਝ ਉਹਨੇ ਕੀਤਾ ਹੈ, ਕਿਵੇਂ ਧੋਤੇ, ਕੀ ਉਹਦੇ ਨਾਲ ਹੋਣਾ ਹੈ। ਸਤਿਗੁਰਾਂ ਦੀ ਕਿਰਪਾ ਨਾਲ ਕੱਲ੍ਹ ਦੇ ਦੀਵਾਨਾਂ ਦੇ ਸਰਵ ਕਰਾਂਗੇ। ਵਾਹਿਗੁਰੂ 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 ਵਾਹਿਗੁਰੂ।